ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਕਰ ਆਪਨੜੈ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ। ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ। ਦਰਸ਼ਨ ਦੇਖ ਭਈ ਨਹੀਂ ਕੇਵਲ ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ। ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੇ ਘਰ ਆਏ। ਘਰ ਆਇੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ। ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੈ। ਅਵਗਣ ਮਾਰ ਗੁਣੀ ਕਰ ਛਾਇਆ ਪੂਰੈ ਪੁਰਖ ਵਿਧਾਤੈ। ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ। ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ। ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ। ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੈ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਮਿਹਰਾਮਤ। ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਅਗਲੇ ਸਮੇਂ 'ਚ ਗੁਰਸ਼ਬਦ ਵਿਆਖਿਆ ਹੈ। ਇਸ ਅੰਦਰ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਬੜੇ ਸੀ ਸ਼ੁਰੂਆਤੀ ਪੜਾਅ 'ਤੇ ਇੱਕ ਪਦਾਇ ਦਾ ਵਿਚਾਰਿਆ। 2 ਨੰਬਰ ਬੰਦ ਤੋਂ ਵਿਚਾਰ ਅਸੀਂ ਅੱਗੇ ਤੋਰਾਂਗੇ। ਜਿਵੇਂ ਪਿੱਛੇ ਆਪਨੇ ਜੇ ਸ਼ਬਦ ਸਰਵਨ ਕੀਤਾ ਹੋਏ ਇੱਕ ਵਿਵਾਹ ਦੇ ਮਿਲਾਪ ਵਾਲੇ ਦ੍ਰਿਸ਼ ਦੇ ਵਿੱਚ ਗੁਰੂ ਸਾਹਿਬ ਸਾਨੂੰ ਅਧਿਆਤਮਕ ਤੇ ਆਤਮਿਕ ਸਿੱਖਿਆ ਦੇ ਰਹੇ ਨੇ। ਬਚਨ ਸੀਗਾ ਉਹ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ। ਲਿਟਰਲੀ ਤੌਰ 'ਤੇ ਐਵੇਂ ਲੱਗਦਾ ਕੋਈ ਦਰਵਾਜ਼ੇ 'ਤੇ ਇਸਤਰੀ ਖੜੀ
ਆਪਣੇ ਸੱਜਣ ਨੂੰ, ਆਪਣੇ ਪ੍ਰਿਯ ਨੂੰ ਉਡੀਕ ਰਹੀ ਹੈ, ਉਹਨੂੰ ਆਵਾਜ਼ ਦੇ ਰਹੀ ਹੈ। ਉਹਦੇ ਦੀਦਾਰ ਦੀ ਤਾਂਘ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰ ਰਹੀ ਹੈ। ਜੇ ਇਸ ਬਿੰਬ ਦੇ ਬਿਲਕੁਲ ਪ੍ਰੈਕਟੀਕਲ ਸਾਈਡ 'ਤੇ ਆ ਜਾਈਏ ਤੇ ਫਿਰ ਸਾਡੀ ਅੰਦਰ ਦੀ ਜਿਹੜੀ ਰੂਹਾਨੀ ਆਵਾਜ਼ ਆ, ਜਿਹਨੂੰ ਅਸੀਂ ਵੋਇਸ ਆਫ ਆਪਣੀ ਵੋਇਸ ਆਫ ਸੋਲ ਕਹਿੰਦੇ ਹੈਗੇ ਆ, ਵੋਇਸ ਆਫ ਸਪਿਰਿਟ ਕਹਿੰਦੇ ਹੈਗੇ ਆ, ਜੋ ਸਾਨੂੰ ਅਵੇਅਰ ਕਰਦੀ ਹੈ, ਜਾਗਰਤ ਕਰਦੀ ਹੈ, ਗੁਰੂ ਬਾਬਾ ਜੀ ਉਹਦੀ ਬਾਤ ਕਰਦੇ ਨੇ। ਤੇ ਉਹਦੇ ਨਾਲ ਅਸੀਂ ਉਹਦੀ ਆਵਾਜ਼ ਦੇ ਜ਼ਰੀਏ ਗੁਣਾਂ ਨੂੰ, ਸੱਚਾਈ ਨੂੰ, ਹਕੀਕਤ ਨੂੰ, ਚੜ੍ਹਦੀ ਕਲਾ ਨੂੰ, ਉਹਨੂੰ ਜੀ ਆਇਆਂ ਕਹੀਏ। ਇਹ ਸਭ ਰੱਬ ਦੇ ਗੁਣ ਨੇ, ਇਹ ਸਭ ਰੱਬ ਦੇ ਨਾਮ ਨੇ। ਜਿਵੇਂ ਜਿਵੇਂ ਤੁਸੀਂ ਉਹਨੂੰ ਵੈਲਕਮ ਕਰ ਸਕੋਗੇ, ਜੀ ਆਇਆਂ ਕਰ ਸਕੋਗੇ, ਤੁਹਾਡੀ ਇਸ ਧਰਤੀ ਦੇ ਨਾਲ ਇੱਕ ਵੱਖਰੀ ਰਿਲੇਸ਼ਨਸ਼ਿਪ ਬਣੇਗੀ, ਇਸ ਆਲੇ ਦੁਆਲੇ ਨਾਲ ਇੱਕ ਵੱਖਰੀ ਰਿਲੇਸ਼ਨਸ਼ਿਪ ਬਣੇਗੀ, ਜੋ ਤੁਹਾਨੂੰ ਇੱਕ ਨਵੇਂ ਖੁਸ਼ੀ ਦੇ ਆਯਾਮ, ਨਵੇਂ ਜੀਵਨ ਦੇ ਜਿਹੜਾ ਪ੍ਰਸੰਗ ਵਿੱਚ ਲੈ ਜਾਏਗੀ। ਇਹ ਬਾਤ ਇਹਦੇ 'ਚ ਜਿਹੜੀ ਹੈ ਪ੍ਰੈਕਟੀਕਲ ਤੌਰ 'ਤੇ ਆ ਰਹੀ ਹੈ। ਖੈਰ, ਜੋ ਬਚਨ ਅੱਜ ਹੈ ਉਹ ਤੁਸੀਂ ਅੱਗੇ ਤੁਰ ਰਹੇ ਹਾਂ। 2 ਨੰਬਰ ਪਦਾ ਸਾਹਿਬ ਕਹਿੰਦੇ, ਘਰ ਆਇੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ। ਘਰ ਆਇੜੇ, ਜਦੋਂ ਉਹ ਸੱਜਣ ਘਰ ਆ ਗਏ, ਦਹਲੀਜ਼ ਪਾਰ ਕਰ ਗਏ, ਉਹਨਾਂ ਦੀ ਆਮਦ ਹੋ ਗਈ, ਸਾਜਨਾ ਤਾਂ ਤਨ ਖਰੀ, ਇਹ ਜੀਵਾਤਮਾ ਬਿਲਕੁਲ ਪੂਰੀ ਤਰ੍ਹਾਂ ਸਰਸੀ, ਸਰਸ ਗਈ, ਰਸ ਨਾਲ ਭਰ ਗਈ। ਇਹਨੂੰ ਇਸ ਤਰੀਕੇ ਨਾਲ ਦੇਖੀਏ। 2 ਲਫ਼ਜ਼ ਨੇ, ਕਿਉਂਕਿ ਫਿਰ ਮੈਂ ਬੇਨਤੀ ਕਰਾਂਗਾ, ਜਿਹੜਾ ਸ਼ਬਦ ਗੁਰੂ ਦਾ ਕਨਸੈਪਟ ਹੈ ਇਹਨੂੰ ਸਮਝੋ। ਸ਼ਬਦ ਹੀ ਨੇ, ਅਲਫਾਜ਼ ਹੀ ਨੇ, ਹਰਫ ਹੀ ਨੇ, ਅੱਖਰ ਹੀ ਨੇ ਜਿਹੜੇ ਸਾਨੂੰ ਐਜੂਕੇਟ ਕਰਦੇ ਨੇ ਚੀਜ਼ਾਂ ਵਾਸਤੇ। ਬੰਦੇ ਦੇ ਮਨੋ ਵੇਗ, ਮਨੋ ਭਾਵਾਂ ਅੰਦਰ ਇਮੋਸ਼ਨਸ, ਹਰ ਚੀਜ਼ ਜਿਹੜੀ ਹੈ ਉਸ ਨੂੰ ਸਮਝਣ ਵਾਸਤੇ ਵੀ ਸ਼ਬਦ ਚਾਹੀਦੇ ਨੇ, ਸਮਝਾਉਣ ਵਾਸਤੇ ਵੀ ਸ਼ਬਦ ਚਾਹੀਦੇ ਨੇ। ਜਿੰਨਾ ਬੰਦਾ ਇਹਨਾਂ ਦੇ ਨਾਲ, ਆਪੇ ਦੇਖੋ, ਇੱਕ ਛੋਟੇ ਜਿਹੇ ਜਜ਼ੀਰੇ ਨੇ, ਜਿਹੜਾ ਐਂਗਲੋ ਸੈਕਸਨ ਇੱਕ ਕਬੀਲਾ ਜਰਮਨ ਤੋਂ ਉੱਠ ਕੇ ਉਸ ਜਜ਼ੀਰੇ 'ਤੇ 4ਵੀਂ ਸਦੀ ਦੇ ਵਿੱਚ ਅਰਾਊਂਡ 400 ਦੇ ਵਿੱਚ ਜਾ ਕੇ ਵਸਿਆ। ਅਤੇ ਜਦੋਂ 4 ਚੁਫੇਰੇ ਪਾਣੀ ਨਾਲ ਘਿਰਿਆ ਆ, ਰਿਸੋਰਸਿਸ ਵੀ ਬਹੁਤ ਜ਼ਿਆਦਾ ਨਹੀਂ ਹੈਗੇ, ਕਿ ਬਹੁਤ ਰਿਚ ਰਿਸੋਰਸਿਸ ਹੋਣਗੇ ਨੋ। ਜੇ ਸਾਊਥ ਅਫਰੀਕਾ ਦੇ ਮੁਕਾਬਲੇ 'ਤੇ ਰਿਸੋਰਸਿਸ ਕੁਝ ਵੀ ਨਹੀਂ, ਜਿਹਦੇ ਕੋਲ ਸੋਨੇ ਦੀਆਂ, ਹੀਰੇ ਦੀਆਂ, ਕੋਲੇ ਦੀਆਂ ਖਾਨਾਂ ਹੀ ਖਾਨਾਂ ਸੀਗੀਆਂ, ਜਾਂ ਬ੍ਰਾਜ਼ੀਲ, ਅਰਜਨਟੀਨਾ, ਜਿਨ੍ਹਾਂ ਕੋਲ ਐਮਾਜ਼ੋਨ ਦੇ ਜੰਗਲ ਹੀ ਜੰਗਲ ਭਰੇ ਪਏ ਨੇ, ਜਾਂ ਭਾਰਤੀ ਖਿੱਤੇ ਦੇ ਵਿੱਚ ਖਾਸ ਕਰਕੇ ਬੰਗਾਲ ਅਤੇ ਪੰਜਾਬ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਜਿਹੜੇ ਹਿਮਾਲੀਅਨ ਦੀ ਬਿਲਕੁਲ ਤਲਹਟੀ ਪੈਂਦੀ ਹੈਗੀ ਹੈ, ਉਹ ਗੰਗਾ ਦੇ ਇੱਧਰ ਮੈਦਾਨ ਲੈ ਲਓ ਜਾਂ ਪਰਲੇ ਪਾਸੇ ਦਰਿਆਏ, 5 ਦਰਿਆਵਾਂ ਦੇ ਉਸ ਦਰਿਆ ਸਿੰਧ ਦੇ ਨਾਲ ਲੱਗਦੇ ਜਿਹੜੇ, ਉਹਨਾਂ ਨੂੰ ਫਰਟਾਈਲ ਸੋਇਲ, ਮਤਲਬ ਇੰਤਹਾ, ਜਿਹਨੂੰ ਕਿਹਾ ਮਧੁਰ ਦੇਸ਼, ਮਿੱਠੇ ਦਾ ਦੇਸ਼, ਮਿੱਠਾ ਪਾਣੀ, ਮਿੱਠਾ ਸ਼ਹਿਦ, ਮਿੱਠਾ ਗੰਨਾ, ਮਿੱਠੀ ਗੰਦਮ ਕਣਕ, ਹਰ ਚੀਜ਼ ਇੰਨਾ ਫਰਟਾਈਲ, ਹਰ ਚੀਜ਼ ਉਸ ਰੂਪ ਦੇ ਵਿੱਚ। ਇੰਨੇ ਰਿਸੋਰਸਿਸ ਤੇ ਨਹੀਂ ਸੀ ਹੈਗੇ ਉਹਨਾਂ ਦੇ ਕੋਲ, ਪਰ ਉਹਨਾਂ ਨੇ ਇੱਕ ਲੈਵਲ 'ਤੇ ਆ ਕੇ ਦੁਨੀਆ 'ਤੇ ਰੂਲ ਕੀਤਾ। ਇਹ ਵੀ ਸੱਚਾਈ ਹੈ। ਜੇ ਗਨ ਪਾਊਡਰ ਦੀ ਗੱਲ ਕਰੀਏ, ਇਹਨੂੰ ਲੱਭਣ ਵਾਲੇ ਮੰਗੋਲ ਤੇ ਚਾਈਨੀਜ਼ ਸੀਗੇ। ਜੇ ਕੰਪਾਸ ਦੀ ਗੱਲ ਕਰੀਏ, ਇਹ ਵੀ ਇਹਨਾਂ ਨੇ ਲੱਭੀ। ਜੇ ਦੁਨੀਆ ਦੀ ਸ਼ਿਪ ਇੰਡਸਟਰੀ 'ਚ ਗੱਲ ਕਰੀਏ, ਤੇ ਜੋ ਨਾਰਵੈਨਸ ਦਾ ਤੇ ਯੂਰਪ ਦੀਆਂ ਦੂਜੀਆਂ ਕੌਮਾਂ ਦਾ ਕੰਟਰੀਬਿਊਸ਼ਨ ਹੈ, ਉਹਦੇ ਮੁਕਾਬਲੇ ਦਾ ਕੁਝ ਵੀ ਨਹੀਂ, ਪਰ ਇਹ ਸਾਰੇ ਨੂੰ ਪ੍ਰੋਪਰਲੀ ਯੂਜ਼ ਇਹਨਾਂ ਨੇ ਕੀਤਾ। ਜੇ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕਰੀਏ, ਇਹ ਬ੍ਰਾਜ਼ੀਲ ਜਿਹੜਾ ਹੈਗਾ ਬੈਲਜੀਅਮ ਲੈ ਕੇ ਆਉਂਦਾ ਆ, ਪਰ ਯੂਜ਼ ਇਹ ਕਰਦੇ ਨੇ ਸਾਰੇ ਨੂੰ ਪ੍ਰੋਪਰ ਉਸ ਰੂਪ ਦੇ ਵਿੱਚ। ਇਹ ਸਾਰੇ ਦਾ ਜੇ ਦੇਖਿਆ ਜਾਏ ਤਾਂ ਕਾਰਨ ਕੀ ਹੈ? ਇੱਕੋ ਹੀ ਚੀਜ਼ ਹੈ ਕਿ ਜਿਤਨੀ ਭਾਸ਼ਾਈ ਪੱਖ ਤੋਂ ਜਿਹੜੀ ਲੈਂਗੁਆ ਫਰੈਂਕਾ ਬਣੀ, ਅੰਗਰੇਜ਼ੀ ਜ਼ਬਾਨ, ਇਸ ਨੂੰ ਜਿਤਨਾ ਇਹ ਮਤਲਬ ਅੱਗੇ ਤੋਂ ਅੱਗੇ ਪ੍ਰਸਾਰ ਕਰਦੇ ਗਏ, ਆਪਣੇ ਘਰਾਂ ਵਿੱਚ ਉਸ ਰੂਪ ਦੇ ਵਿੱਚ ਰਾਈਟਿੰਗਸ ਦੇ ਉੱਤੇ ਬਿਲੀਵ ਕਰਦੇ ਗਏ, ਇੱਕ ਸਟੈਂਡਰਡ, ਯੂਨੀਵਰਸਲ ਸਟੈਂਡਰਡ ਬਿਲਡ ਕਰ ਦਿੱਤਾ, ਉਹ ਸਭ ਚੀਜ਼ਾਂ ਨੇ ਉਹ ਤਰੱਕੀ 'ਤੇ ਲੈ ਆਈਆਂ ਨੇ। ਅਦਰਵਾਈਜ਼ ਜੇ ਲੈਂਗੁਇਸਟਿਕ ਸਾਈਡ ਤੋਂ ਬੜੀ ਰਿਚ ਲੈਂਗੁਏਜ ਦੇਖਣੀ ਯੂਰਪ ਦੇ ਵਿੱਚ, ਤੇ ਫਰੈਂਚ ਦਾ ਕੋਈ ਮੁਕਾਬਲਾ ਨਹੀਂ ਹੈਗਾ। ਫਰੈਂਚ ਵਨ ਆਫ ਦਾ, ਜਿਹਨੂੰ ਕਿਹਾ ਜਾਏ ਕਿ ਬੜੀ ਸਫਿਸਟੀਕੇਟਡ ਵੇ ਦੇ ਨਾਲ ਉਹਦੀ ਇੱਕ ਆਪਣੀ ਐਬਿਲਿਟੀ ਹੈ, ਪਰ ਉਹਦੇ ਮੁਕਾਬਲਤਨ ਜਿਹੜਾ ਯੂਨੀਵਰਸਲ ਸਟੈਂਡਰਡ ਬਿਲਡ ਹੋਇਆ ਬਾਅਦ ਦੇ ਵਿੱਚ, ਐਲਗੋਰਿਦਮ ਜਿਹੜੀ ਹੈ, ਕੰਪਿਊਟਰ ਲੈਂਗੁਏਜ ਜਿਹੜੀ ਆਈ, ਉਹਦੇ ਨਾਲ ਫਿਰ ਇਹਦੀ ਸਾਂਝ ਬਣਦੀ ਗਈ। ਤੇ ਫਿਰ ਦੁਨੀਆ ਭਰ ਦੇ ਵਿੱਚ ਤੁਸੀਂ ਦੇਖੋ ਉਸ ਰੂਪ ਦੇ ਅੰਦਰ ਭਾਸ਼ਾ,
ਚਲੋ ਇਸ ਸਾਈਡ ਤੋਂ ਥੋੜ੍ਹਾ ਮੈਂ ਦੂਜੇ ਪਾਸੇ ਆ ਜਾਵਾਂ। ਮੈਂ ਜਿਹੜੇ ਲੋਕ ਪ੍ਰਿਜ਼ਨਸ ਦੇ ਵਿੱਚ ਹੁੰਦੇ ਨੇ ਉਹਨਾਂ ਨਾਲ ਕੁਝ ਸਮੇਂ ਤੋਂ ਕੰਮ ਕਰ ਰਿਹਾ, ਯੰਗ ਅਫੈਂਡਰਸ ਖਾਸ ਕਰਕੇ। ਅਤੇ ਆਪ ਦੇਖੋਗੇ ਕਈ ਵਾਰ ਸਾਡੀ ਹੁੰਦੀ ਹੈ ਕਿ ਮੈਨੂੰ ਪਤਾ ਜਦੋਂ ਮੈਂ ਪਹਿਲੀ ਵਾਰੀ ਵੈਨ ਆਈ ਵੈਂਟ ਵੈਰੀ ਫਸਟ ਟਾਈਮ ਟੂ ਮੀਟ ਦੋਜ਼ ਪੀਪਲ ਹੂ ਆਰ ਬਿਹਾਈਂਡ ਦ ਬਾਰਸ, ਜਦੋਂ ਪਹਿਲਾ ਡੋਰ ਖੁੱਲ੍ਹਾ ਉਹ ਇੱਕਦਮ ਉਹਨੇ ਕਲੱਕ ਕੀਤਾ, ਪਿੱਛੇ ਵੱਜਿਆ, ਫਿਰ ਦੂਜਾ ਡੋਰ, ਫਿਰ ਉਸ ਤਰੀਕੇ ਨਾਲ ਆਈ ਹੈਡ ਅ ਫੀਲਿੰਗ ਇਨਸਾਈਡ ਇਹ ਡੋਰ ਖੁੱਲ੍ਹ ਵੀ ਜਾਏਗਾ ਦੁਬਾਰਾ, ਬਿਕੋਜ਼ ਸਮ ਕਾਈਂਡ ਆਫ ਸਕੇਰੀ ਫੀਲਿੰਗ ਯੂ ਹੈਵ। ਦਰਵਾਜ਼ੇ ਕ੍ਰੋਸ ਕਰਦੇ ਆ, ਬੰਦਾ ਅੰਦਰ ਜਾਂਦਾ। ਖੈਰ ਅੰਦਰ ਜਾ ਕੇ ਮਿਲਿਆ, ਜਦੋਂ ਬਾਹਰ ਆਇਆ ਆਪਣੀ ਫੈਮਿਲੀ ਤੋਂ ਲੈ ਕੇ ਹੋਰ ਜਿਹੜੇ ਸੱਜਣ ਮਿੱਤਰ ਸੀ ਕਈਆਂ ਨੇ ਕਿਹਾ, ਭਾਈ ਸਾਹਿਬ ਇਜ਼ ਇਟ ਸੇਫ ਫॉर ਯੂ ਓਵਰ ਦੇਅਰ, ਯੂ ਨੋ ਪੀਪਲ ਹੂ ਆਰ ਬਿਹਾਈਂਡ ਦ ਬਾਰਸ ਦੇ ਆਰ ਡੈਫੀਨੇਟਲੀ ਵੈਰੀ ਡੇਂਜਰਸ ਪੀਪਲ। ਪਰ ਸੱਚ ਇਹ ਹੈ ਉਹ ਐਵੇਂ ਦੇ ਲੋਕ ਨੇ ਜਿਵੇਂ ਅਸੀਂ ਹਾਂ, ਤੇ ਕਈ ਵਾਰ ਬਾਹਰਲੀ ਦੁਨੀਆ ਨਾਲੋਂ ਵੀ ਚੰਗੇ ਲੋਕ ਅੰਦਰ ਬੈਠੇ ਨੇ। ਐਂਡ ਜਿਵੇਂ ਸਿਰਫ ਵਾਲ ਦਾ ਹੀ ਫਰਕ ਹੈ, ਅੰਦਰ ਉਸੇ ਤਰੀਕੇ ਨਾਲ ਅਸੀਂ ਵਾਕ ਕਰਦੇ ਹਾਂ, ਜਾਂਦੇ ਹਾਂ, ਪ੍ਰੋਗਰਾਮ ਚੱਲਦੇ ਨੇ, ਰਿਸੋਰਟ ਆਫ ਜਸਟਿਸ, ਹੋਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ। ਫਿਰ ਉੱਥੇ ਕਈ ਵਾਰ ਇਹ ਵੀ ਹੁੰਦਾ ਕਿ ਇਹ ਲੋਕ ਜਿਹੜੇ ਬੱਚੇ, ਖਾਸ ਕਰ ਯੰਗ ਅਫੈਂਡਰਸ ਦੀ ਮੈਂ ਗੱਲ ਕਰਾਂ, ਸੋਚੀਦਾ ਇਹ ਇੱਥੇ ਨਹੀਂ ਹੋਣੇ ਚਾਹੀਦੇ, ਦੇ ਡੋਂਟ ਬਿਲੋਂਗ ਫਰੋਮ ਦੀਜ਼ ਐਕਚੁਅਲੀ ਵਾਲਸ, ਵਾਈ ਆਰ ਦੇ ਹੇਅਰ। ਉਹ 'ਚ ਇੱਕ ਵੱਡਾ ਹਿੱਸਾ ਜਿਹੜਾ ਸਾਨੂੰ ਸਮਝ ਆ ਰਿਹਾ ਹੈਗਾ ਉਹ ਇਹ ਹੈ ਕਿ ਬਹੁਤੇ ਆਪਣੇ ਆਪ ਨੂੰ ਬਚਪਨ ਤੋਂ ਆਪਣੇ ਇਮੋਸ਼ਨਸ ਨੂੰ, ਆਪਣੀਆਂ ਫੀਲਿੰਗਸ ਨੂੰ, ਆਪਣੇ ਈਵਨ ਜੇ ਉਹਨਾਂ ਦਾ ਕੋਈ ਪਾਰਟ ਵੀ ਹੈ ਕਿਸੇ ਚੀਜ਼ ਦੇ ਵਿੱਚ, ਕਿਸੇ ਰੋਂਗ ਡੂਇੰਗ ਦੇ ਵਿੱਚ, ਜਾਂ ਉਹ ਕਿਸੇ ਚੀਜ਼ ਵਾਸਤੇ ਅਕਿਊਜ਼ ਕੀਤੇ ਗਏ ਨੇ, ਜਾਂ ਕੋਈ ਇਹੋ ਜਿਹੀ ਬਾਤ ਹੋਈ ਹੈ ਜਿਹਦੇ ਵਿੱਚ ਉਹਨਾਂ ਨੂੰ ਉਹ ਫਰੇਮਵਰਕ 'ਚ ਉਹਦੇ 'ਚ ਫਿੱਟ ਹੋ ਜਾਂਦੇ ਨੇ ਵੀ ਇਹ ਨਹੀਂ ਕੀਤਾ ਹੋਣਾ ਇਸ ਤਰੀਕੇ ਦੇ ਨਾਲ। ਉਹ ਸਾਰੇ ਦੇ ਵਿੱਚ ਜਿਹੜੀ ਵੱਡੀ ਮੁਸ਼ਕਿਲ ਬਣ ਰਹੀ ਹੈ, ਉਹਨਾਂ ਕੋਲ ਵਰਡਸ ਨਹੀਂ ਹੈਗੇ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰਨ ਦੇ। ਦੇ ਆਰ ਨੋਟ ਏਬਲ ਟੂ ਟਾਕ ਪ੍ਰੋਪਰਲੀ, ਦੇ ਹੈਵ ਸਮ ਥੀਸ ਕਾਈਂਡ ਆਫ ਬੈਰੀਅਰਸ। ਇਹ ਨਹੀਂ ਕਿ ਉਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ, ਨੋ, ਐਕਚੁਅਲ ਲੈਵਲ ਤੇ ਫਰਸਟ੍ਰੇਸ਼ਨ ਇਤਨੀ ਵੱਧ ਜਾਂਦੀ ਜਦੋਂ ਗੱਲ ਕਰਨ ਲੱਗਦੇ, ਇਮੋਸ਼ਨਲੀ ਬਰਸਟ ਹੋ ਜਾਂਦੇ, ਐਂਗਰ ਇਤਨਾ ਵੱਧ ਜਾਂਦਾ ਕਿਸੇ ਲੈਵਲ ਤੇ, ਜਿਹੜੀ ਚੀਜ਼ ਪ੍ਰੈਜ਼ੈਂਟ ਕਰਨੀ ਕਰ ਨਹੀਂ ਪਾਉਂਦੇ, ਕੁਝ ਹੋਰ ਹੋ ਜਾਂਦਾ। ਇਹ ਬੜਾ ਜ਼ਰੂਰੀ ਹੈ। ਸ਼ਬਦਾਂ ਨਾਲ ਸਾਂਝ ਹੋਣੀ ਤੁਹਾਡੀ, ਲਫ਼ਜ਼ਾਂ, ਹਰਫਾਂ, ਅੱਖਰਾਂ ਦੇ ਨਾਲ। ਇਸ ਲਈ ਗੁਰੂ ਸਾਹਿਬ ਨੇ ਸ਼ਬਦ ਗੁਰੂ ਦਾ ਸੰਕਲਪ ਦਿੱਤਾ। ਜੀਵਨ ਦੀ ਹਰ ਚੀਜ਼ ਮਨੁੱਖ ਦੇ ਤੌਰ ਤੇ ਜਿਹੜੇ ਅਸੀਂ ਵਿਚਰ ਰਹੇ ਹਾਂ, ਤੇ ਸ਼ਬਦਾਂ ਦੇ ਜ਼ਰੀਏ ਸਮਝ ਆਏਗੀ, ਸ਼ਬਦਾਂ ਦੇ ਜ਼ਰੀਏ ਤੁਸੀਂ ਉਹਨੂੰ ਦੂਜਿਆਂ ਨੂੰ ਸਮਝਾਓਗੇ। ਇਹ ਸ਼ਬਦ ਹੀ ਨੇ, ਅਲਫਾਜ਼ ਹੀ ਨੇ, ਹਰਫ ਹੀ ਨੇ, ਤੇ ਇਹ ਦੂਜਿਆਂ ਵਾਸਤੇ ਨਹੀਂ, ਆਪਣੇ ਵਾਸਤੇ ਵੀ ਹੁੰਦੇ ਨੇ। ਸਪੋਜ਼ ਕਰੋ ਜੋ ਮੈਂ ਬੋਲ ਰਿਹਾ ਵਾਂ, ਐਕਚੁਅਲ ਲੈਵਲ ਤੇ ਮੇਰੇ ਲਈ ਵੀ ਉਹ ਨਹੀਂ ਵਜ੍ਹਾ ਦੇ 'ਚ ਕੀਰਤਨ ਕਰਨਾ, ਕੀਰਤਨ ਸੁਣਨਾ, ਸ਼ਬਦ ਹੀ ਨੇ ਸਾਰੇ, ਅਲਫਾਜ਼ ਨੇ, ਹਰਫ ਨੇ। ਪਰ ਇਹ ਜਿਵੇਂ ਜਿਵੇਂ ਇਹਨਾਂ ਦੀ ਜਾਣ ਪਹਿਚਾਣ ਹੁੰਦੀ ਜਾਏਗੀ, ਅਰਥ ਸਮਝ ਆਉਣਗੇ, ਭਾਵ ਸਮਝ ਆਏਗਾ, ਅੰਗੇਜਮੈਂਟ ਹੋਏਗੀ ਇਹਨਾਂ ਦੇ ਨਾਲ, ਕਿਉਂਕਿ ਸ਼ਬਦਾਂ ਦੇ ਵਿੱਚ ਪਿਆ ਆ, ਬਹੁਤ ਕੁਝ ਪਿਆ ਆ। ਆਪਨੇ ਸ਼ਾਇਦ ਆਪਣੇ ਪ੍ਰਾਈਮ ਮਿਨਿਸਟਰ ਦੀ ਰੀਸੈਂਟਲੀ ਕੁਝ ਸਪੀਚ ਸੁਣੀ ਹੋਏ, ਤੇ ਜਿਹਦੇ 'ਚ ਉਹ, ਹਾਲਾਂਕਿ ਇਜ਼ ਅ ਰੀਅਲੀ ਗੁੱਡ ਸਪੀਕਰ, ਨੋ ਡਾਊਟ, ਬੜੀ ਯੰਗ ਏਜ 'ਚ ਆਪਣੇ ਫਾਦਰ ਦੀ ਡੈਥ ਦੇ ਫਿਊਨਰਲ ਦੇ ਉੱਤੇ ਇਹਨੇ ਇੱਕ ਸਪੀਚ ਕੀਤੀ, ਦੁਨੀਆ ਨੇ ਸੁਣੀ, ਮਤਲਬ ਵਨ ਆਫ ਦਾ ਜਿਹੜੀ ਮੇਰੇ ਖਿਆਲ ਦੁਨੀਆ ਦੀ ਬੈਸਟ ਸਪੀਚਿਸ ਦੇ 'ਚ ਉਹਨੂੰ ਕਾਊਂਟ ਕੀਤਾ ਜਾਂਦਾ ਹੈ। ਤੇ ਉਹ ਜਦੋਂ ਬੋਲਦਾ ਹੋਇਆ ਥੋੜ੍ਹਾ ਫਾਰਮਲ ਹੋ ਗਿਆ, ਤੇ ਫਾਰਮਲ ਹੁੰਦਿਆਂ ਕਹਿਣ ਲੱਗਾ ਵੀ ਨੰਬਰ ਜਿਹੜੇ ਕੋਵਿਡ-19 ਦੇ ਵੱਧ ਰਹੇ ਨੇ, ਇਟ ਸਕਸ ਦੈਟ ਸਲੈਮ ਜਿਹੜਾ ਹੈਗਾ ਸਟਰੀਟ ਲੈਂਗੁਏਜ ਇਹਨੇ ਯੂਜ਼ ਕੀਤੀ। ਇਹਦੀ ਚਰਚਾ ਵੀ ਹੋਈ ਬਾਅਦ ਦੇ ਵਿੱਚ ਮੀਡੀਆ ਹਾਊਸਿਸ ਦੇ ਵਿੱਚ ਕਿ ਬੜਾ ਫਾਰਮਲ ਹੋ ਗਿਆ ਹੈ, ਸਟਰੀਟ ਲੈਂਗੁਏਜ ਯੂਜ਼ ਕਰਨ ਲੱਗ ਗਿਆ। ਇਹ ਜਿਹੜੀ ਇਹ ਚੀਜ਼ ਆ, ਹੁਣ ਐਕਚੁਅਲੀ ਹੋਇਆ ਕਿ ਕਈ ਵਾਰ ਇਹ ਵੀ ਹੁੰਦਾ ਆ, ਪੋਲੀਟੀਕਲ ਟ੍ਰਿਕ ਵੀ ਹੋ ਸਕਦਾ, ਪਰ ਕਈ ਵਾਰੀ ਇਨੋਸੈਂਟ ਵੀ ਹੁੰਦਾ ਬੰਦਾ ਇੱਕ ਉਵੇਂ ਬੋਲ ਰਿਹਾ ਜਿਵੇਂ ਆਰਡੀਨਰੀ ਲੋਕ ਬੋਲਦੇ ਨੇ, ਉਹਨਾਂ ਦੀ ਤਰ੍ਹਾਂ ਉਹਨਾਂ ਦੀ ਜਗ੍ਹਾ ਤੇ ਖੜਾ ਹੋ ਕੇ ਕਹਿੰਦਾ ਕਿ ਇਹ ਫੀਲਿੰਗ ਆ ਰਹੀ ਅੰਦਰ, ਕਿ ਤੰਗੀ ਆ ਰਹੀ, ਦਿੱਕਤ ਆ ਰਹੀ ਹੈ, ਨੰਬਰ ਵੱਧ ਰਿਹਾ, ਤੰਗ ਹੋ ਰਹੇ ਹਾਂ। ਮਤਲਬ ਇਹ ਚੀਜ਼ ਜਿਹੜੀ ਹੈ, ਆਈ ਡੋਂਟ ਵਾਂਟ ਟੂ ਸੀ ਇਟ, ਆਈ ਰੀਅਲੀ ਵਾਂਟ ਟੂ ਗੈਟ ਆਊਟ ਆਫ ਦੈਟ ਐਕਚੁਅਲੀ ਕਾਈਂਡ ਆਫ ਪ੍ਰੋਬਲਮਸ, ਬਟ ਜਿਹੜੀ ਇਹ ਹੁਣ ਧੱਕਾ ਹੋ ਰਿਹਾ, ਇਸ ਕਿਸਮ ਦੀ ਬਾਤ ਇਮੋਸ਼ਨਸ ਨੂੰ ਰਿਫਲੈਕਟ ਕਰ ਰਹੀ ਹੈ ਉਸ ਤਰੀਕੇ ਦੇ ਨਾਲ। ਹੁਣ ਇਹਦਾ ਜਿਹੜਾ ਇਹ ਵਰਡ ਆ, ਜਿਹੜਾ ਬੰਦਾ ਸਟਰੀਟ ਤੇ ਇਹਨੂੰ ਯੂਜ਼ ਕਰਦਾ ਹੈਗਾ, ਇੱਕ ਆਮ ਸਟਰੀਟ
ਇੰਗਲਿਸ਼ ਸਪੀਕਰ ਬੰਦਾ, ਉਹਨੂੰ ਪਤਾ ਹੈ ਇਹਦੇ ਮਾਇਨੇ ਕੀ ਨੇ, ਉਹਨੂੰ ਪਤਾ ਦਾ ਭਾਵ ਕੀ ਹੈ, ਇਹ ਕਿਸ ਕਿਸਮ ਦਾ ਅੰਦਰ ਟੇਸਟ ਬਿਲਡ ਕਰਦਾ ਬੰਦੇ ਦੇ। ਕੋਈ ਵੀ ਚੀਜ਼ ਹੈ, ਲਫ਼ਜ਼ ਦਾ ਇੱਕ ਆਪਣਾ ਟੇਸਟ ਹੈ, ਇੱਕ ਆਪਣਾ ਸਵਾਦ ਆ। ਹੁਣ ਆਹ ਜਿਹੜੀ ਗੁਰੂ ਸਾਹਿਬ ਜੀ ਬਾਤ ਕਰ ਰਹੇ ਸਾਰੀ, ਮੈਂ ਸ਼ਬਦ ਤੇ ਵਾਪਸ ਆ ਜਾਂਦਾ ਵਾਂ, ਇਹਦੇ 'ਚ ਸਾਹਿਬ ਬਿਆਨ ਕਰਦੇ ਚੀਜ਼ਾਂ ਦੇ ਜ਼ਰੀਏ ਸਾਨੂੰ ਸਾਡੀ ਇਸ ਸੰਸਾਰ ਨਾਲ ਤੇ ਸੰਸਾਰ ਵਿੱਚ ਬੈਠੇ ਸਾਰ ਤੱਤ ਨਿਰੰਕਾਰ ਨਾਲ ਰਿਲੇਸ਼ਨਸ਼ਿਪ ਜਿਹੜੀ ਹੈ। ਸ਼ਬਦ ਆਇਆ ਕਰ ਆਏੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ। ਇਹ ਸੰਸਾਰ ਜਿਹੜਾ ਆ ਨਾ, ਸਾਡੀ ਬਹੁਤੀ ਇੱਛਾ ਹੈ ਕਿ ਸੰਸਾਰ ਨੂੰ ਭੋਗਣ ਦੀ। ਜਦੋਂ ਬੰਦਾ ਸੰਸਾਰ ਨੂੰ ਭੋਗਣ ਵਾਸਤੇ ਅੱਗੇ ਵੱਧਦਾ ਨਾ, ਵੀ ਮੈਂ ਦੂਜਿਆਂ ਨਾਲੋਂ ਵਧੀਆ ਖਾ ਲਵਾਂ, ਵੱਧ ਖਾ ਲਵਾਂ, ਵੱਧ ਪਾ ਲਵਾਂ, ਵੱਧ ਹੰਢਾ ਲਵਾਂ, ਵੱਧ ਮਾਲਕ ਬਣ ਜਾ, ਉਹ ਜਿਹੜੀ ਇਹ ਚੀਜ਼ ਲਗਾਤਾਰ ਅੰਦਰ ਜਾ ਰਹੀ ਹੈ, ਇਹ ਪਹਿਲੇ ਲੈਵਲ ਤੇ ਇਹ ਦੁੱਖ ਦਿੰਦੀ ਹੈ ਕਿ ਉਹ ਸਾਰੀਆਂ ਐਕਸਪੈਕਟੇਸ਼ਨਸ ਮੀਟ ਨਹੀਂ ਕਰਦੀਆਂ। ਜੇ ਮੀਟ ਕਰ ਜਾਣ ਤੇ ਫਿਰ ਦਿੱਕਤ ਇਹ ਹੈ ਕਿ ਉਹਦਾ ਨਾਲ ਜਿਹੜਾ ਆਊਟਕਮ ਆ, ਜੋ ਸੋਚ ਰਿਹਾ, ਉਹਨਾਂ ਪੋਜ਼ਿਟਿਵ ਨਹੀਂ ਹੈਗਾ। ਨਾ ਨਾ ਨਾ, ਇਹ ਤੇ ਬਹੁਤ ਇਸ ਤੋਂ ਕਿਤੇ ਵੱਧ ਨੈਗੇਟਿਵ ਹੈ। ਮੈਂ ਸਿੰਪਲ ਐਗਜ਼ਾਮਪਲ ਕਰਦਾ ਤੁਹਾਡੇ ਸਾਹਮਣੇ। ਤੁਸੀਂ ਸ਼ਾਇਦ ਇੱਕ ਨਿਊਜ਼ ਸੁਣੀ ਹੋਏਗੀ ਪਿੱਛੇ, ਅਮਰੀਕਾ ਦੇ ਵਿੱਚ ਅਰਾਊਂਡ 1.6 ਬਿਲੀਅਨ ਦੀ 1.6 ਬਿਲੀਅਨ ਦੀ ਲਾਟਰੀ ਨਿਕਲੀ ਸੀ ਅਮਰੀਕਾ ਸਟੇਟਸ ਦੇ ਵਿੱਚ। ਸ਼ਾਇਦ 3 ਬੰਦਿਆਂ ਨੇ ਸ਼ੇਅਰ ਕੀਤੀ ਸੀ ਉਹ। ਉਹਨਾਂ ਦੇ ਚੋਂ ਬਾਅਦ ਇੱਕ ਦੀ ਸਟੋਰੀ ਜਿਹੜੀ ਉਹ ਪਬਲਿਸ਼ ਹੋਈ ਕੁਝ ਸਮਾਂ ਬਾਅਦ, ਤੇ ਹੁਣ ਇਸ ਹਿਊਜ, ਮਤਲਬ ਇੰਨੀ ਮਨੀ ਇੱਕ ਆਰਡੀਨਰੀ ਬੰਦੇ ਵਾਸਤੇ, ਜਿਹੜਾ ਇੱਕ ਚੈੱਕ, ਮਤਲਬ ਚੈੱਕ ਟੂ ਚੈੱਕ ਜ਼ਿੰਦਗੀ ਦੀ ਚੱਲਦੀ ਹੋਏ, ਤੇ ਉਹ ਬੰਦਾ ਇਸ ਹਿਊਜ ਅਮਾਊਂਟ। ਹੁਣ ਕੀ ਹੋਇਆ ਕਿ ਉਹਦੇ ਦੋਸਤ ਮਿੱਤਰ ਜਿਹੜੇ ਸੀਗੇ, ਜਦੋਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਕਿਹਾ ਵਾਓ, ਹੁਣ ਉਹ ਰੋਜ਼ ਹੀ ਕਹਿੰਦੇ ਚੱਲ ਰੈਸਟੋਰੈਂਟ ਚੱਲੀਏ, ਖਾਣ ਚੱਲੀਏ, ਫਲਾਣੀ ਥਾਂ ਚੱਲੀਏ। ਉਹ ਜਾਂਦਾ ਹੁਣ, ਉਹ ਕੋਈ 2-2.5 ਮਹੀਨੇ ਇਸ ਤਰ੍ਹਾਂ ਚੱਲਦਾ ਰਿਹਾ, ਕੋਈ 3 ਮਹੀਨੇ 6 ਮਹੀਨੇ। ਮੁੜ ਕੇ ਕੀ ਹੋਇਆ, ਇੱਕ ਦਿਨ ਕਿਤੇ ਰੈਸਟੋਰੈਂਟ ਗਏ, ਉੱਥੇ ਜਾ ਖਾਧਾ ਪੀਤਾ, ਤੇ ਉਹ ਕਹਿੰਦੇ ਬਿੱਲ, ਕਹਿੰਦੇ ਦੇ, ਉਹ ਕਹਿੰਦਾ ਅੱਧੋ ਕਿ 6 ਮਹੀਨੇ ਤੋਂ ਦੇ ਰਿਹਾ, ਇਹ ਮਜ਼ਾਕ ਥੋੜਾ ਆ, ਅੱਜ ਤੁਸੀਂ ਦਿਓ ਬਿੱਲ। ਉਹ ਲੜ ਪਏ ਉੱਥੇ। ਉਹਨਾਂ ਖੈਰ ਉਹਨੂੰ ਧੱਕਾ ਮੁੱਕਾ ਵੀ ਕੀਤਾ ਥੋੜਾ ਬਹੁਤਾ, ਵੀ ਹੱਦ ਹੋ ਗਈ, ਤੇਰੇ ਕੋਲੋਂ ਕਿਹੜਾ, ਤੂੰ ਕਿਹੜਾ ਕਮਾਏ ਨੇ, ਫਰੀ ਦੇ ਆਏ ਨੇ, ਨਾਲੇ ਇੱਕ ਇੰਨੇ ਅਮਾਊਂਟ ਆ, ਅਮਾਊਂਟ ਜਿਹੜਾ ਇੱਕ ਮਾਊਂਟੇਨ ਹੈ ਪੂਰਾ, ਕਿਹੜਾ ਮੁੱਕ ਚੱਲਾ। ਖੈਰ ਉਹ ਕਾਫੀ ਜ਼ਿਆਦਾ ਗੱਲਬਾਤ ਹੋਈ, ਤੇ ਗੱਲਬਾਤ ਇਹ ਹੋਈ ਕਿ ਉਹ ਕਹਿੰਦੇ ਵੀ ਓਕੇ, ਜੇ ਤੂੰ ਇਹੀ ਕੰਮ ਆਪਾਂ ਤੇਰੇ ਨਾਲ ਕੁੱਟੀ ਕਰਤੀ, ਵੀ ਐਕਚੁਅਲੀ ਨੋ ਮੋਰ ਫਰੈਂਡਸ, ਨੋ ਮੋਰ ਰਿਲੇਟਿਵਸ, ਇਸ ਤਰੀਕੇ ਦੇ ਨਾਲ। ਉਹ ਮੁੜ ਕੇ ਉਹਨੇ ਫਿਰ ਜਦੋਂ ਉਹਨੂੰ ਇੰਟਰਵਿਊ ਕੀਤਾ, ਉਹ ਕਹਿੰਦਾ ਹੈ ਮੈਨੂੰ ਅੱਜ ਪਤਾ ਲੱਗਾ ਕਿੰਨੀ ਪੇਨਫੁਲ ਚੀਜ਼ ਆ। ਹੁਣ ਨਾ ਤੇ ਇਹ ਹੈ ਕਿ ਮੈਂ ਉਹਨਾਂ ਨੂੰ ਆਪਣੇ ਇਸ ਸਾਰੇ ਸਿਚੁਏਸ਼ਨ ਕਰਕੇ ਐਕਸਪਲੋਇਟ ਕਰਨ ਦਿਆਂ ਲਗਾਤਾਰ, ਤੇ ਨਾ ਇਹ ਮੈਂ ਉਹਨਾਂ ਨੂੰ ਛੱਡ ਦਿਆਂ। ਆਈ ਐਮ ਸਟਕ, ਆਈ ਡੋਂਟ ਨੋ ਹਾਊ ਟੂ ਡੀਲ ਵਿਦ ਇਟ। ਬੰਦੇ ਦਾ ਖਾਬ ਤੇ ਹੈ ਕਿ ਬਹੁਤ ਪੈਸਾ ਆ ਜਾਏ, ਅਮੀਰੀ ਆ ਜਾਏ, ਸਭ ਕੁਝ, ਪਰ ਉਸ ਸਾਰੇ ਦਾ ਆਊਟਕਮ ਸੁੱਖ ਹੋਏਗਾ, ਖੁਸ਼ੀ ਹੋਏਗੀ, ਇਹ ਤੈਨੂੰ ਕਿਹਨੇ ਕਿਹਾ? ਉਸ ਸਾਰੇ ਦਾ ਆਊਟਕਮ ਤੈਨੂੰ ਕੋਈ ਪਤਾ ਨਹੀਂ ਕਿਹੜਾ ਹੋਏਗਾ, ਕਿਸ ਕਿਸਮ ਦੇ ਆਊਟਕਮ ਨਾਲ ਤੈਨੂੰ ਡੀਲ ਕਰਨਾ ਪਏਗਾ। ਹਿਊਮਨ ਜਿਹੜੀ ਮਾਈਂਡ ਕੰਪਲੈਕਸਿਟੀ ਹੈ ਨਾ, ਇਹਨੂੰ ਅਸੀਂ ਕਿਤੇ ਲੈਵਲ ਤੇ ਵੀ ਨਹੀਂ ਸਮਝ ਪਾਉਂਦੇ। ਸਿਬਲਿੰਗ ਰਿਬੈਲਰੀਜ਼ ਕਦੀ ਦੇਖੋ ਤੁਸੀਂ, 2 ਸਿਬਲਿੰਗ ਨੇ, ਸਪੋਜ਼ ਕਰੋ ਇਕੱਠੇ ਹੀ ਇੱਕੋ ਜਮਾਤ 'ਚ ਪੜ੍ਹਦੇ ਨੇ ਜਾਂ ਅੱਗੇ ਪਿੱਛੇ ਪੜ੍ਹਦੇ ਨੇ। ਇੱਕ ਪੜ੍ਹਨ ਨੂੰ ਬਹੁਤ ਚੰਗਾ, ਦੂਜਾ ਪੜ੍ਹਨ ਨੂੰ ਠੀਕ ਨਹੀਂ ਹੈਗਾ। ਪਹਿਲਾਂ ਇਹ ਸੋਚਦਾ ਕਾਸ਼ ਇਹਦੇ ਵੀ ਚੰਗੇ ਮਾਰਕਸ ਆ ਜਾਣੇ, ਫੇਲ ਨਾ ਹੋ ਜਾਏ। ਬਾਈ ਚਾਂਸ ਹੋਇਆ ਕਿ ਜਿਹਦੇ ਬਾਰੇ ਸੋਚਿਆ ਜਾ ਰਿਹਾ ਸੀ ਉਹ ਬੜੇ ਹਾਇਰ ਮਾਰਕਸ ਲੈਣ ਲੱਗ ਗਿਆ। ਹੁਣ ਜਿਹੜਾ ਪਹਿਲਾਂ ਇਹ ਸੋਚਦਾ ਸੀਗਾ, ਉਹਦੇ ਬਾਰੇ ਪ੍ਰੇਅਰ ਕਰਦਾ ਸੀਗਾ ਵੀ ਓ ਮਾਈ ਗੋਸ਼ ਇਹਦੇ ਚੰਗੇ ਨੰਬਰ ਆਏ ਨੇ, ਇਸ ਤਰੀਕੇ, ਹੁਣ ਪਤਾ ਲੱਗਾ ਇਹ ਤੇ ਮੇਰੇ ਤੋਂ ਵੀ ਅੱਗੇ ਲੰਘ ਗਿਆ। ਹੁਣ ਐਨਵੀ ਕੰਪਲੈਕਸ ਆ ਗਿਆ, ਹੁਣ ਵੈਸੇ ਹੀ ਚੰਗਾ ਫੀਲ ਨਹੀਂ ਹੋ ਰਿਹਾ। ਦੈਟਸ ਐਕਚੁਅਲੀ ਇਹ ਹਿਊਮਨ ਕੰਪਲੈਕਸਿਟੀ ਹੈ। ਸਾਨੂੰ ਨਹੀਂ ਪਤਾ ਸਾਡੇ ਅੰਦਰ ਕਿਸ ਤਰੀਕੇ ਦੇ ਨਾਲ। ਸੋ ਇਸ ਕਰਕੇ ਬੰਦੇ ਨੂੰ ਗੁਰਬਾਣੀ ਨੇ ਕਿਹਾ ਸਿਮਰਨ ਕਰਿਆ ਕਰ, ਇਹੋ ਜਿਹੀ ਐਜੂਕੇਸ਼ਨ ਲਿਆ ਕਰ, ਇਸ ਮਨ ਦੀ ਖੇਡ ਤੋਂ ਬਾਹਰ ਆ ਸਕੇ। ਨਹੀਂ ਤੇ ਜੋ ਮਰਜ਼ੀ ਚੰਗਾ ਹੋ ਜਾਏ, ਵਧੀਆ ਹੋ ਜਾਏ, ਠੀਕ ਹੋ ਜਾਏ, ਉਹ ਵੀ ਪੇਨਫੁਲ ਹੋ ਜਾਏਗਾ, ਉਹ ਵੀ ਦੁੱਖ ਦੇਣ ਵਾਲਾ ਹੋ ਜਾਏਗਾ। ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨਸ ਜਾਂ ਸਾਡੀਆਂ ਡਿਜ਼ਾਇਰਸ ਹੈਗੀਆਂ ਨੇ, ਇਹ ਦੁਨੀਆ ਵੱਧ ਮੇਰੇ ਕੋਲ ਆ ਜਾਏ, ਪੈਸਾ ਵੱਧ ਆ ਜਾਏ, ਸ਼ੋਹਰਤ ਵੱਧ ਆ ਜਾਏ, ਸਭ ਤੇ ਭੋਗ ਕੇ ਮੈਂ ਖੁਸ਼ ਹੋ ਜਾਵਾਂਗਾ, ਮੈਂ ਵੱਡੇ ਲੈਵਲ ਤੋਂ। ਨਹੀਂ ਬੰਦੇ, ਤੈਨੂੰ ਕੋਈ ਪਤਾ ਨਹੀਂ ਕਿਹੜਾ ਆਊਟਕਮ ਆਉਣਾ ਇਹਦੇ ਵਿੱਚੋਂ। ਇਸ ਲਈ ਇੱਕ ਚੀਜ਼ 'ਚ ਅਹਿਸਾਸ ਕਰ ਵੀ ਇਹ ਸੰਸਾਰ ਭੋਗਣਾ ਨਹੀਂ, ਇਹਦੀ ਮਲਕੀਅਤ ਨਹੀਂ ਖੱਟਣੀ ਨਾ। ਇਸ ਸੰਸਾਰ ਦੇ ਵਿੱਚ ਰਹਿਣਾ, ਸੰਸਾਰ ਦੇ ਨਾਲ ਚੱਲਣਾ ਹੈ, ਆਲੇ ਦੁਆਲੇ ਨੂੰ ਸੁੱਖ ਦੇ ਕੇ ਆਪ ਸੁੱਖ ਲੈਣਾ ਹੈ। ਇਹ ਹੈ ਸਰਸਣਾ, ਰਸ ਦੇ ਨਾਲ ਆ ਜਾਣਾ।
ਰਸ ਦੇ ਮਾਲਕ ਨਹੀਂ ਬਣਨਾ, ਉਹਨੂੰ ਕੰਟਰੋਲ ਕਰਨ ਦੀ ਟਰਾਈ ਨਹੀਂ ਕਰਨੀ। ਪ੍ਰੇਮ ਦਾ ਮਤਲਬ ਕੀ ਹੁੰਦਾ ਹੈ? ਆਪ ਦੇਖੋਗੇ ਲੋਕੀ ਕਿੰਨੀ ਐਫਰਟ ਪਾਉਂਦੇ ਇੱਕ ਡੋਮੈਸਟਿਕ ਪਾਰਟਨਰਸ਼ਿਪ ਡਿਵੈਲਪ ਕਰਨ ਵਾਸਤੇ, ਇੱਕ ਘਰ, ਇੱਕ ਹਾਊਸ ਹੋਲਡ ਨੂੰ ਬਿਲਡ ਕਰਨ ਵਾਸਤੇ, ਇੱਕ ਇੰਟੀਮੇਸੀ ਪਾਰਟਨਰ ਦੇ ਨਾਲ ਜ਼ਿੰਦਗੀ ਚਲਾਉਣ ਵਾਸਤੇ। ਤੇ ਅੱਜ ਸਾਡੇ ਕੋਲ, ਸਾਡੇ ਨਾਰਥ ਅਮਰੀਕਾ ਦੇ ਵਿੱਚ ਅਰਾਊਂਡ ਇਹ ਡਾਟਾ ਇਹ ਦੱਸਦਾ ਹੈ ਕਿ 50% ਤੋਂ ਤੇ ਘੱਟ ਇਹਦਾ ਸਕਸੈਸ ਰੇਟ ਹੈ ਲੌਂਗ ਰਨ ਦੇ ਵਿੱਚ। ਤੇ ਜਿਹੜੇ 50% ਸਕਸੈਸ ਰੇਟ ਹੈ ਵੀ ਹੈ, ਉਹਦੇ ਵਿੱਚ ਵੀ ਜੇ ਤੁਸੀਂ ਆਈਡੀਅਲ ਚੀਜ਼ ਲੱਭੋਗੇ ਤਾਂ ਤੁਹਾਨੂੰ ਲੈਸ ਦੈਨ 5% ਮਿਲੇਗੀ। 45% ਸਟਰਗਲ ਹੈ। ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਪਤਾ ਨਹੀਂ, ਇੱਕ ਦੂਜੇ ਨੂੰ ਕੰਟਰੋਲ ਕਰਨ ਦੀ ਟਰਾਈ ਹੋ ਰਹੀ ਹੈ। ਤੇ ਕੰਟਰੋਲ ਇਸ ਕਰਕੇ ਨਹੀਂ ਕਿ ਦੂਸਰੇ ਨੂੰ ਮੈਂ ਪਿਆਰ ਨਹੀਂ ਕਰਦਾ, ਨੋ, ਕੰਟਰੋਲ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਜਿਵੇਂ ਮੈਂ ਸੋਚ ਰਿਹਾ, ਜਿਵੇਂ ਮੈਂ ਚਲਾਉਣਾ ਚਾਹੁੰਦਾ, ਜੇ ਐਵੇਂ ਚੱਲ ਜੇ, ਦੈਟ ਇਜ਼ ਦਾ ਆਈਡੀਅਲ ਥਿੰਗ। ਦੂਜਾ ਇਹ ਸੋਚ ਰਿਹਾ ਨਹੀਂ ਆਈਡੀਅਲ ਤੇ ਆ ਜਿਹੜਾ ਮੈਂ ਸੋਚ ਰਿਹਾ। ਸਟਰਗਲ ਹੋ ਰਹੀ ਹੈ। ਸਰਸਣਾ, ਦੂਜੇ ਦੇ ਨਾਲ ਤਾਲ ਰਲਾਣਾ। ਜਿਵੇਂ ਸਾਡੀ ਆਮ ਲੈਂਗੁਏਜ 'ਚ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਹਸਬੈਂਡ ਵਾਈਫ ਦੀ ਗੱਲ ਕਰਦੇ ਹਾਂ, ਵੀ ਕਾਲ ਦੈਮ ਐਜ਼ ਏ ਹਮਸਫਰ। ਇੱਕ ਜਰਨੀ ਹੈ ਤੇ ਜਰਨੀ ਦੇ ਵਿੱਚ ਦੋ ਇਕੱਠੇ ਜਾ ਰਹੇ ਨੇ ਇਸ ਰੂਪ ਦੇ ਵਿੱਚ। ਤੇ ਉਹ ਕਹਿੰਦੇ ਹਮਸਫਰ ਤੇ ਹੈ ਨੇ, ਪਰ ਦੋਨਾਂ ਦੇ ਵਿੱਚ ਹਮਤਾਲ ਨਹੀਂ ਗਏ। ਭਾਵ ਇੱਕ ਦੀ ਸਪੀਡ ਜ਼ਿਆਦਾ, ਇੱਕ ਦੀ ਘੱਟ ਹੈ। ਇੱਕ ਦੀ ਜਿਹੜੀ ਹੈਗੀ ਏ ਇੱਕ ਪਾਸੇ ਨੂੰ ਡਾਇਰੈਕਸ਼ਨ ਹੈ, ਦੂਜੇ ਪਾਸੇ ਨੂੰ। ਹੋਏਗਾ ਕੀ? ਹਮਸਫਰ ਕਿਵੇਂ ਰਹਿ ਸਕਣਗੇ? ਹਮਸਫਰ ਹੋਣ ਵਾਸਤੇ ਹਮਤਾਲ ਹੋਣਾ, ਹਮਸਾਇਆ ਹੋਣਾ, ਹਮਰਵਾਂ ਹੋਣਾ, ਸਭ ਤੋਂ ਵੱਡੀ ਗੱਲ ਹਮ ਖਿਆਲ ਹੋਣਾ, ਇਹ ਬੜਾ ਜ਼ਰੂਰੀ ਹੈ। ਜੇ ਸਾਰੀਆਂ ਚੀਜ਼ਾਂ, ਸਾਰੇ ਡਾਟ ਮੈਚ ਨਾ ਕੀਤੇ, ਹਮਸਫਰ ਨਹੀਂ ਰਹਿ ਸਕਣਗੇ ਲੰਬਾ ਸਮਾਂ। ਇਹ ਸੰਸਾਰ ਜਿਹੜਾ ਆ, ਇਹਦੇ 'ਚ ਸਰਸਣਾ ਸਿੱਖੋ। ਇਹਦੇ 'ਚ ਕਿਸੇ ਦੇ ਕਦਮ ਨਾਲ ਕਦਮ ਰਲਾ ਕੇ ਚੱਲਣ ਦੀ ਜਾਚ ਸਿੱਖੋ। ਤੇ ਕਦਮ ਨਾਲ ਕਦਮ ਮਤਲਬ ਆਲੇ ਦੁਆਲੇ ਨੂੰ ਸਮਝਣਾ, ਸਹਿਜਣਾ, ਉਹਦੇ 'ਚ ਆਪਣਾ ਰੋਲ ਪਹਿਚਾਨਣਾ। ਇਹ ਭਗਤੀ ਹੈ, ਬੜੀ ਵੱਡੀ ਭਗਤੀ ਹੈ। ਬੰਦਾ ਪਾਠ ਇਸ ਕਰਕੇ ਕਰੇ ਆਪਣੀ ਸਮਝ ਆਵੇ, ਮੈਂ ਕਿਉਂ ਇਸ ਤਰ੍ਹਾਂ ਸੋਚਦਾ ਹਾਂ, ਕਿਉਂ ਮੈਂ ਇਸ ਤਰ੍ਹਾਂ ਕਰਦਾ ਹਾਂ। ਉਹਦੇ ਸਹੀ ਰੂਪ ਦੇ ਵਿੱਚ ਕਾਜ਼ ਲੱਭੇ, ਉਹਦੇ ਸਹੀ ਕਾਰਨ ਲੱਭੇ, ਉਸ ਪਾਸੇ ਉਹਨਾਂ ਦੇ ਕੰਮ ਕਰੇ ਉਸ ਰੂਪ ਦੇ ਵਿੱਚ। ਮੈਂ ਕਿਸੇ ਨੂੰ ਸੁੱਖ ਦੇਵਾਂ ਨਾ ਦੇਵਾਂ, ਘੱਟ ਤੋਂ ਘੱਟ ਦੁੱਖ ਦਾ ਕਾਰਨ ਤੇਰਾ ਬੜਾ। ਕਿਸੇ ਘਰ ਦੇ ਵਿੱਚ ਜਿਹੜੀ ਮੇਰੀ ਕੰਟਰੀਬਿਊਸ਼ਨ ਕੈਸੀ ਹੋਣੀ ਚਾਹੀਦੀ ਹੈ। ਗੁਰੂ ਬਾਬਾ ਜਿਹੜੀ ਦੀ ਬਾਤ ਕਰ ਰਹੇ ਨਾ, ਕਹਿੰਦੇ ਹੁਣ ਜਿਹੜੀ ਜੀਵਾਤਮਾ ਆ ਨਾ, ਉਹ ਰੱਬ ਨੂੰ ਜੀ ਆਇਆਂ ਕਹਿ ਰਹੀ ਹੈ ਆਪਣੇ ਹਿਰਦੇ ਘਰ ਦੇ ਵਿੱਚ। ਜਿਸ ਘਰ ਦੇ ਵਿੱਚ ਰੱਬ ਆ ਰਿਹਾ ਹੈਗਾ, ਆਪ ਆਈਡੀਆ ਲਾ ਕੇ ਦੇਖੋ। ਅਸੀਂ ਤੇ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ, ਲਿਟਰਲੀ ਤੌਰ ਤੇ ਮਹਾਰਾਜ ਬਿਆਨ ਕਰਦੇ, ਸਤ ਧਰਤ ਪਈ ਸੁਹਾਵੜੀ, ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਉਹ ਧਰਤੀ ਬੜੀ ਸੋਹਣੀ ਹੋ ਗਈ ਜਿੱਥੇ ਮੇਰਾ ਗੁਰੂ ਆ ਕੇ ਬੈਠ ਗਿਆ। ਉਸੇ ਜੰਤ ਪਏ ਹਰਿਆਵਲੇ, ਉਹ ਜੰਤ ਵੀ ਬੜੇ ਹਰਿਆਵਲ, ਉਹਨਾਂ ਦੇ ਜੀਵਨ 'ਚ ਹਰਿਆਵਲ ਆ ਗਈ। ਹੁਣ ਇਹ ਕਿਹੜੀਆਂ ਗੱਲਾਂ ਨੇ? ਅੰਦਰ ਦਾ ਹੀ ਰਸ ਬਾਹਰ ਫੁੱਟ ਕੇ ਆਉਂਦਾ ਆ। ਅੰਦਰ ਬੰਦਾ ਜਦੋਂ ਬਹੁਤ ਜ਼ਿਆਦਾ ਖਿਝਿਆ ਆ, ਕਰੁਝਿਆ ਆ, ਹਿਪੋਕ੍ਰੇਸੀ ਲੰਬਾ ਸਮਾਂ ਰੋਕ ਨਹੀਂ ਸਕੇਗੀ ਉਹਨੂੰ ਨਾ। ਕਿੰਨੀ ਦੇਰ ਰੋਕੋਗੇ? ਬੰਦੇ ਦੇ ਅਲਟੀਮੇਟਲੀ ਮੱਥੇ ਦੀਆਂ ਤਿਉੜੀਆਂ ਦੱਸਣਗੀਆਂ ਕਿੰਨੀ ਫਰਸਟ੍ਰੇਸ਼ਨ ਹੈ, ਬਾਡੀ ਲੈਂਗੁਏਜ, ਫੇਸ਼ੀਅਲ ਐਕਸਪ੍ਰੈਸ਼ਨਸ। ਫਿਰ ਇਕੱਲਾ ਹੀ ਨਹੀਂ, ਲੌਂਗ ਰਨ ਦੇ ਵਿੱਚ ਜ਼ਬਾਨ, ਲਫ਼ਜ਼, ਅਲਫਾਜ਼, ਹਰਫਾਂ ਦੀ ਚੋਣ ਜਿਹੜੀ ਉਹੋ ਜਿਹੀ ਹੋਣੀ ਸ਼ੁਰੂ ਹੋ ਜਾਏਗੀ। ਫਿਰ ਲੰਬਾ ਸਮਾਂ ਹਰਫ ਨਹੀਂ ਰਹਿਣਗੇ, ਐਕਸ਼ਨ ਹੋਣਾ। ਉਸੇ ਤਰੀਕੇ ਨਾਲ ਐਕਟ ਕਰਨਾ ਸ਼ੁਰੂ ਕਰ ਦੇਗਾ ਬੰਦਾ। ਇਹ ਸਾਰੀ ਚੀਜ਼ ਫਿਰ ਇਹ ਬੰਦਾ ਕਹੇ ਕਿ ਇਹਦੇ 'ਚੋਂ ਰਸ, ਭਈ ਗੁੱਸੇ 'ਚੋਂ ਕਿਹਨੂੰ ਰਸ ਮਿਲਦਾ ਆ? ਸੁਖ ਜਿਹੜਾ ਹੈਗਾ ਕਿਸੇ ਨੂੰ ਗਾਲਾਂ ਕੱਢ ਕੇ ਜਾਂ ਆਪ ਅੰਦਰ ਗਾਲਾਂ ਬਾਰੇ ਸੋਚ ਕੇ ਕਿਹਨੂੰ ਰਸ ਮਿਲਦਾ ਆ? ਬੰਦਾ ਰਸ ਤੋਂ ਦੂਰ ਚਲਾ ਗਿਆ ਆ, ਬੇਰਸੀ ਹੋ ਰਹੀ ਹੈ। ਪਰ ਇਹਦੇ ਕੋਲ ਤੇ ਬੜੀ ਕੁਛ ਮਲਕੀਅਤ ਹੈ, ਪੋਜੈਸ਼ਨ ਹੈ ਬੜੀ ਚੰਗੀ, ਸਭ ਚੀਜ਼ਾਂ ਹੈਗੀਆਂ, ਬਟ ਇਹ ਸਭ ਕੁਝ ਮੀਨਿੰਗਲੈਸ ਹੋ ਗਿਆ ਹੈ। ਗੁਰੂ ਬਾਬਾ ਜੀ ਨੇ ਆਹ ਜਿਹੜੀ ਬਾਤ ਕੀਤੀ, ਘਰ ਆਏੜੇ ਸਾਜਨਾ, ਮੈਨੂੰ ਸਮਝ ਆ ਗਈ। ਮੇਰੀ ਰੂਹ ਨੇ ਜੀ ਆਇਆ ਕਹਿਤਾ ਸੱਜਣ ਨੂੰ। ਤੇ ਇੱਥੇ ਸੱਜਣ ਜਿਹੜਾ ਆ, ਮੈਂ ਬਾਤ ਸ਼ੁਰੂ ਕੀਤੀ ਸੀ ਪਿਛਲੇ ਸ਼ਬਦ ਦੇ, ਸਾਜਨ, ਜਿਹੜਾ ਸਜਨ ਆ, ਜਿਹੜਾ ਜੀਵਨ ਨੂੰ ਚੰਗੇਰਾ ਬਣਾਉਣ ਵਾਸਤੇ ਹੈ। ਅਸੀਂ ਆਲੇ ਦੁਆਲੇ ਤੋਂ ਬਹੁਤ ਕੁਝ ਗ੍ਰਹਿਣ ਕਰਦੇ ਹਾਂ, ਬਹੁਤ ਕੁਝ ਗੇਨ ਕਰਦੇ ਹਾਂ, ਗੁਣ ਵੀ, ਔਗਣ ਵੀ, ਚੰਗਿਆਈ ਵੀ, ਬੁਰਿਆਈ ਵੀ। ਪਰ ਜਿੱਥੇ ਬੰਦਾ ਚੰਗਿਆਈ, ਅੱਛਾਈ, ਗੁਣ ਇਹ ਗ੍ਰਹਿਣ ਕਰਨ ਲੱਗ ਜੇ ਲਗਾਤਾਰ, ਇਹ ਰੱਬ ਦਾ ਨਾਮ ਆ। ਸਭ ਕਹਿੰਦੇ ਜਦੋਂ ਇਹ ਚੀਜ਼ ਆ ਗਈ
ਤਾਂ ਤਨ ਖਰੀ ਸਰਸੀ ਰਾਮ, ਜੀਵਾਤਮਾ ਖਰੀ ਸਰਸੀ ਬਿਲਕੁਲ ਰਸ ਨਾਲ ਭਰ ਗਈ। ਉਹਦੇ ਅੰਦਰ ਹੁਣ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਨਹੀਂ ਹੈਗੀ, ਉਹਦੇ ਅੰਦਰ ਬਹੁਤ ਜ਼ਿਆਦਾ ਹੁਣ ਉਸ ਕਿਸਮ ਦਾ ਜਿਹਨੂੰ ਕਿਹਾ ਜਾਏ ਸੈਡਨੈਸ ਨਹੀਂ ਹੈਗੀ, ਉਦਾਸੀ ਨਹੀਂ ਹੈਗੀ ਉਹਦੇ 'ਚ ਇੱਕ ਨਵਾਂ ਰੰਗ ਆ ਗਿਆ ਹੈਗਾ। ਅਗਲਾ ਬਚਨ ਇਹਦੇ ਨਾਲ ਕਿਹਾ ਹੈ, ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਹਰ ਮੋਹੜੀ ਸਾਚ ਸ਼ਬਦ, ਸੱਚ ਦੇ ਸ਼ਬਦ ਨੇ ਉਹਨੂੰ ਮੋਹ ਲਿਆ। ਹੁਣ ਸੱਚ ਦੇ ਸ਼ਬਦ ਦਾ ਮੋਹਣਾ ਇਹ ਵੀ ਹੈਗਾ ਕਿ ਸਪੋਜ਼ ਕੋਈ ਵੀ ਚੀਜ਼ ਆ, ਆਪਨੇ ਕਦੀ ਘਰਾਂ ਥਾਵਾਂ 'ਤੇ ਦੇਖਿਆ ਹੋਵੇ, ਮੋਸਟਲੀ ਝਗੜਾ ਕਿੱਥੋਂ ਹੁੰਦਾ ਹੈ? ਜਦੋਂ ਅਸੀਂ ਕਿਸੇ ਨੂੰ ਥੋੜ੍ਹਾ ਬਹੁਤਾ ਕ੍ਰਿਟੀਸਾਈਜ਼ ਕਰਦੇ ਹਾਂ। ਜਿਵੇਂ ਕੋਈ ਇਹ ਬਾਤ ਹੋਈ ਹੈ, ਕਿਸੇ ਨੂੰ ਅਸੀਂ ਕਿਸੇ ਦੀ ਗੱਲ ਨੂੰ ਜਵਾਬ ਦਿੰਦੇ ਹਾਂ, ਅਪੋਜ਼ ਕਰਦੇ ਹਾਂ, ਬੈਕ ਟਾਕ ਜਿਹਨੂੰ ਕਿਹਾ ਜਾਂਦਾ, ਬਹੁਤ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਹੁਣ ਇਹ ਸਾਰੇ ਦੇ ਅੰਦਰ ਕੀ ਹੈ ਕਿ ਇੱਕ ਤੇ ਬਾਤ ਹੁੰਦੀ, ਕਈ ਵਾਰੀ ਸੱਚ ਬੋਲਿਆ ਜਾਂਦਾ। ਹੁਣ ਜਿਹੜਾ ਸੱਚ ਬੋਲਿਆ ਆ, ਜਦੋਂ ਬੰਦੇ ਨੇ ਉਸ ਸੱਚ ਨੂੰ ਡਾਈਜੈਸਟ ਨਹੀਂ ਕਰ ਪਾਉਣਾ, ਕਿਸੇ ਨੂੰ ਕੋਈ ਚੀਜ਼ ਵੀ ਹੈ ਕਿਸੇ ਤਰੀਕੇ ਦੀ ਵੀ, ਸਪੋਜ਼ ਬੱਚਾ ਹੀ ਹੈ, ਉਹ ਪੜ੍ਹ ਰਿਹਾ ਹੈ ਅਤੇ ਮਾਂ ਬਾਪ ਉਹਨੂੰ ਸਪੋਰਟ ਕਰ ਰਹੇ ਨੇ, ਫੀਸਾਂ ਪੇ ਕਰ ਰਹੇ ਨੇ, ਹਰ ਚੀਜ਼ ਕਰ ਰਹੇ ਨੇ ਉਸ ਰੂਪ ਦੇ ਵਿੱਚ, ਅਤੇ ਇੱਕ ਲੈਵਲ 'ਤੇ ਉਹਨੂੰ ਥੋੜ੍ਹਾ ਬਹੁਤਾ ਪੁਸ਼ ਵੀ ਕਰਦੇ ਨੇ, ਜੋ ਕਿ ਬੜਾ ਜ਼ਰੂਰੀ ਹੁੰਦਾ। ਏਜ 'ਚ ਨਹੀਂ ਪਤਾ ਹੁੰਦਾ ਚੋਇਸਿਸ ਕਿਵੇਂ ਬਣਾਉਣੀਆਂ ਨੇ, ਪਰ ਇੱਕ ਲੈਵਲ 'ਤੇ ਕੀ ਹੋਇਆ ਕਿ ਬੱਚੇ ਨੂੰ ਤੁਸੀਂ ਉਹਨੂੰ ਇਹ ਸਾਰੇ ਦੇ ਵਿੱਚ ਉਹਦੇ ਨਾਲ ਕੋਆਰਡੀਨੇਟ ਕਰਨ ਦੀ ਬਜਾਏ, ਉਹਨੂੰ ਗਾਈਡ ਕਰਨ ਦੀ ਬਜਾਏ, ਐਸਕੌਟ ਕਰਨ ਦੀ ਬਜਾਏ, ਤੁਸੀਂ ਉਸ ਨੂੰ ਬਹੁਤ ਜ਼ਿਆਦਾ ਕਿਸੇ ਚੀਜ਼ ਵਾਸਤੇ, ਇਹਨੂੰ ਕਹਿ ਲਓ ਕਿ ਫੋਰਸਫੁਲੀ ਕੁਝ ਚੀਜ਼ਾਂ ਜਿਹੜੀਆਂ ਨੇ ਉਹਦੇ 'ਤੇ ਇੰਪੋਜ਼ ਕਰ ਰਹੇ ਹੋ। ਜੇ ਹੁਣ ਉਹਦੀ ਆਵਾਜ਼ ਆਉਂਦੀ ਹੈ, ਕਿਸੇ ਤਰੀਕੇ ਦੀ ਵੀ ਆਵਾਜ਼ ਆਉਂਦੀ ਹੈ, ਉਹ ਕਹਿੰਦਾ ਹੈ ਕਿ ਉਹਦੀ ਆਵਾਜ਼ ਪਹਿਲਾਂ ਤਾਂ ਕੋਈ ਸਾਈਨ ਸਿਮਟਮਸ ਵਿੱਚ ਆਏਗੀ, ਫਿਰ ਉੱਚੀ ਵੀ ਬੋਲੇਗਾ, ਉਹ ਫਿਰ ਦੱਸੇਗਾ, ਅਤੇ ਬੰਦਾ ਉਹਨੂੰ ਇਹ ਲੈ ਲੈ ਕਿ ਇਹ ਪਰਸਨਲ ਰੂਪ ਦੇ 'ਚ ਅਕਸਰ ਐਵੇਂ ਹੁੰਦਾ, ਇਹ ਮੇਰੀ ਬੇਇੱਜ਼ਤੀ ਕਰਦਾ ਆ, ਇਹ ਮੈਨੂੰ ਇਸ ਤਰ੍ਹਾਂ ਬੋਲਦਾ, ਇਸ ਤਰ੍ਹਾਂ ਐਕਚੁਅਲ ਲੈਵਲ ਤੋਂ ਕੁਝ ਦੱਸ ਰਿਹਾ, ਅਸੀਂ ਉਹਨੂੰ ਸੁਣ ਨਹੀਂ ਰਹੇ। ਜਦੋਂ ਸੁਣ ਨਹੀਂ ਰਹੇ ਤਾਂ ਸੱਚ ਦਾ ਸ਼ਬਦ ਨਾ ਸੁਣਨ ਕਰਕੇ ਦਿੱਕਤ ਇਹ ਆ ਰਹੀ ਹੈ ਕਿ ਰਿਲੇਸ਼ਨਸ਼ਿਪ ਹੋਰ ਖਰਾਬ ਹੋ ਰਹੀ ਹੈ। ਆਪ ਇਹਨੂੰ ਇਸ ਤਰ੍ਹਾਂ ਸੋਚ ਕੇ ਦੇਖੋ, ਗੁਰੂ ਨਾਨਕ ਸਾਹਿਬ ਆਪਣੇ ਬੱਚਿਆਂ ਨਾਲ ਸਾਂਝ ਪਾਉਂਦੇ ਨੇ, ਅਤੇ ਬੱਚਿਆਂ ਨਾਲ ਸਾਂਝ ਪਾਉਣ ਲੱਗਿਆਂ ਜਦੋਂ ਇਹ ਗੱਲ ਹੁੰਦੀ ਹੈ ਕਿ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਆਖੇ ਨਹੀਂ ਲੱਗਦਾ, ਬਿਲਕੁਲ ਵੀ ਜਦੋਂ ਆਖੇ ਨਹੀਂ ਲੱਗਦਾ ਤੇ ਉਹ ਅਪੋਜ਼ ਕਰਦਾ ਗੁਰੂ ਸਾਹਿਬ ਦੀ ਹਰ ਗੱਲ ਨੂੰ, ਕਹਿੰਦਾ ਇਸ ਤਰੀਕੇ ਨਾਲ, ਤੇ ਗੁਰੂ ਨਾਨਕ ਸਾਹਿਬ ਉਹਦੇ ਉੱਤੇ ਆਪਣੇ ਥਾਟ ਨੂੰ ਇੰਪੋਜ਼ ਨਹੀਂ ਕਰਦੇ, ਉਹਦੇ ਉੱਤੇ ਬਿਲਕੁਲ ਇਹ ਨਹੀਂ ਕਹਿੰਦੇ ਕਿ ਨੋ ਦੇयर ਇਜ਼ ਨੋ ਚੋਇਸ। ਭਾਈ ਚੋਇਸਿਸ ਤੇ ਹੈਗੀਆਂ ਨੇ, ਜਿਹੜਾ ਤੂੰ ਰਾਹ ਵੀ ਘਰੇ ਵੀ ਚੂਜ਼ ਕਰ ਸਕਦਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਪਰ ਇਹਦੇ ਆਊਟਕਮ ਬਾਰੇ ਤੂੰ ਅਵੇਅਰ ਹੈਗਾ। ਇਹ ਬਾਬਾ ਜੀ ਨੂੰ ਵਾਰ-ਵਾਰ ਅਹਿਸਾਸ ਕਰਾਉਂਦੇ, ਤੇ ਇਹ ਵੀ ਦੱਸਦੇ ਜਿਹੜੇ ਰਾਹ ਦੀ ਅਸੀਂ ਗੱਲ ਕਰਦੇ ਹਾਂ, ਇਹ ਰਾਹ ਤੇਰੇ ਵਾਸਤੇ ਹਮੇਸ਼ਾ ਓਪਨ ਆ, ਜਿਹੜੀ ਮਰਜ਼ੀ ਤੇ। ਐਂਡ ਗੋਲ ਕੀ ਆ ਬੰਦੇ ਦਾ? ਦੇਖੋ ਅਖੀਰ ਇਹ ਹੁੰਦੀ ਹੈ, ਆਪੋ ਆਪਣਾ ਪੇਸ ਆ, ਜਰਨੀ ਆ ਨਾ। ਕਿਸੇ ਨੇ ਕੋਈ ਚੀਜ਼ ਸਾਲ ਵਿੱਚ ਸਿੱਖਣੀ ਹੁੰਦੀ, ਕਿਸੇ ਨੇ 2 ਸਾਲਾਂ 'ਚ ਸਿੱਖਣੀ ਹੁੰਦੀ ਹੈ, ਕੋਈ ਕਿਸੇ ਚੀਜ਼ ਨੂੰ ਲਰਨ ਕਰਦਿਆਂ 10 ਸਾਲ ਲਗਾ ਦਿੰਦਾ। ਕਈ ਵਾਰ ਕਈਆਂ ਨੂੰ ਜ਼ਿੰਦਗੀ ਸਿੱਖਦਿਆਂ 50 60 70 ਸਾਲ ਵੀ ਲੱਗ ਜਾਂਦੇ। ਬਾਬਾ ਅਮਰਦਾਸ ਜੀ ਆਪ ਤੁਸੀਂ ਉਹਨਾਂ ਦਾ ਜੀਵਨ ਦੇਖੋ, 70 ਸਾਲ ਦੀ ਉਮਰ ਵਿੱਚ ਹੋ ਕੇ ਗੁਰੂ ਅੰਗਦ ਸਾਹਿਬ ਕੋਲ ਆਏ, ਨਵਾਂ ਜੀਵਨ ਸਿੱਖਿਆ। ਜਦੋਂ ਕਿਸੇ ਨੇ ਕਿਹਾ ਓਹੋ ਵਡੇਰੀ ਉਮਰ 'ਚ ਹੁਣ ਇਹ ਇੱਥੇ ਆ ਕੇ ਕੀ ਸਿੱਖੋਗੇ, ਗੁਰੂ ਸਾਹਿਬ ਕਹਿੰਦੇ ਨਾ, ਹਕੀਕਤ ਤੇ ਹੈ ਹੁਣੀ ਤੇ ਜੀਵਨ ਜਿਉਣ ਦਾ ਆਨੰਦ ਆਉਣ ਲੱਗਾ। ਤੁਹਾਨੂੰ ਲੱਗਦਾ ਕਿ ਮੇਰਾ ਸਰੀਰ ਬੁੱਢੜਾ ਹੋ ਗਿਆ, ਮੈਨੂੰ ਜੇ ਪੁੱਛਦੇ ਹੋ ਤੇ ਗੁਰਮੁਖ ਬੂਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆ। ਮੈਂ ਕੋਈ ਬੁਢੇਪਾ ਨਹੀਂ ਦੇਖ ਰਿਹਾ, ਮੈਂ ਤਾਂ ਸੋਚ ਰਿਹਾ ਸਤਿਗੁਰੂ ਦੇ ਘਰ ਜਨਮ ਹੋਇਆ, ਬਚਪਨ ਤੋਂ ਜਵਾਨੀ ਹੰਢਾ ਰਿਹਾ, ਹੁਣ ਤੇ ਚੜ੍ਹਦੀ ਕਲਾ ਹੋ ਰਹੀ ਉਸ ਰੂਪ ਦੇ ਵਿੱਚ। ਸੋ ਇਹ ਹੈ ਕਿਸੇ ਲੈਵਲ ਤੇ ਵੀ ਸਿੱਖਿਆ ਜਾ ਸਕਦਾ ਹੈ। ਬਾਬਾ ਸ਼੍ਰੀ ਚੰਦ ਜੀ ਬਾਰੇ ਬਾਤ ਕਰ ਰਿਹਾ ਸੀਗਾ ਮੈਂ, ਉਮਰ ਦੇ ਅਖੀਰਲੇ ਪੜਾਅ 'ਚ ਪਰਤ ਕੇ ਆਏ ਵਾਪਸ। ਤਵਾਰੀਖ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਸਾਨੂੰ ਰਿਸੋਰਸਿਸ ਦੱਸਦੇ ਨੇ, ਗੁਰੂ ਹਰਗੋਬਿੰਦ ਸਾਹਿਬ ਗੱਦੀ 'ਤੇ ਸੀ ਅਤੇ ਗੁਰੂ ਸਾਹਿਬ ਦੇ ਨਾਲ ਮੁਲਾਕਾਤ ਹੋ ਗਈ। ਮੁਲਾਕਾਤ ਹੋਈ ਅਤੇ ਬਾਬਾ ਸ਼੍ਰੀ ਚੰਦ ਜੀ ਉਸ ਵਕਤ ਕੋਈ 125 ਵਰ੍ਹੇ ਦੀ ਜ਼ਿੰਦਗੀ ਮਾਣ ਚੁੱਕੇ ਸੀਗੇ, ਬਹੁਤ ਬਜ਼ੁਰਗ ਹੋ ਗਏ, ਬੁੱਢੜਾ ਸਰੀਰ, ਬੁੱਢੇ ਭੇਸ਼ ਨੇ, ਅਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਵੇਂ ਆਮ ਕਰਕੇ ਉਦਾਸੀ ਸਾਧੂ ਕਰਦੇ ਸੀਗੇ, ਲੰਮੇ ਪੈ ਕੇ ਦੰਡਵਤ ਮੱਥਾ ਟੇਕ ਦਿੱਤਾ।
ਜਦੋਂ ਮੱਥਾ ਟੇਕ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਬੜੇ ਸਤਿਕਾਰ ਨਾਲ ਉਠਾਇਆ ਤੇ ਸਤਿਕਾਰ ਨਾਲ ਉਠਾ ਕੇ ਗੱਲ ਆਇਆ ਤੇ ਗੱਲ ਆ ਕੇ ਕਹਿੰਦੇ ਬਜ਼ੁਰਗੋ ਆ ਕੀ ਕੀਤਾ? ਕਹਿਣ ਲੱਗੇ ਜੀ ਤੁਹਾਨੂੰ ਨਤਮਸਤਕ ਹੋਇਆ, ਮੱਥਾ ਟੇਕਿਆ। ਕਹਿੰਦੇ ਉਹ ਤੇ ਠੀਕ ਹੈ, ਮੈਨੂੰ ਸਮਝ ਆ ਗਈ ਹੈ, ਪਰ ਇਹ ਮੱਥਾ ਇਸ ਤਰ੍ਹਾਂ ਕਿਉਂ ਟੇਕਿਆ? ਜੇ ਤੇ ਗੁਰੂ ਸਮਝ ਕੇ ਟੇਕਿਆ ਤੇ ਫਿਰ ਤੇ ਗੁਰੂ ਪਿਤਾ ਨੂੰ ਟੇਕ ਦਿੰਦੇ, ਭਾਵ ਉਹਨਾਂ ਨਾਲ ਤੇ ਗੁਰੂ ਵਾਲੀ ਸਾਂਝ ਤੇ ਬਣੀ ਨਹੀਂ। ਤੇ ਜੇ ਸਤਿਕਾਰ ਵਜੋਂ ਟੇਕਿਆ ਤੇ ਫਿਰ ਤੁਸੀਂ ਗੁਰੂ ਪੁੱਤਰ ਹੋ ਤੇ ਨਾਲੇ ਬੜੇ ਬਜ਼ੁਰਗ ਹੋ, ਫਿਰ ਤੇ ਮੈਨੂੰ ਤੁਹਾਡੇ ਸਾਹਮਣੇ ਜਿਹੜਾ ਹੈਗਾ ਤੁਹਾਨੂੰ ਸਲਾਮ ਕਰਨਾ ਚਾਹੀਦਾ, ਤੁਹਾਨੂੰ ਉਸ ਰੂਪ ਵਿੱਚ ਨਮਸਕਾਰ ਕਰਨੀ ਚਾਹੀਦੀ ਹੈ। ਮੁਸਕਰਾ ਗਏ ਤੇ ਮੁਸਕਰਾ ਕੇ ਕਹਿਣ ਲੱਗੇ ਗੱਲ ਸਮਝ ਆ ਗਈ ਜੋ ਤੁਸੀਂ ਕਹਿ ਰਹੇ ਹੋ, ਗੁਰੂ ਪਿਤਾ ਦਾ ਰਾਹ ਠੀਕ ਸੀਗਾ, ਮੈਂ ਉਸੇ ਰਾਹ ਤੇ ਚੱਲਣਾ ਚਾਹੀਦਾ ਸੀਗਾ ਮੈਨੂੰ, ਪਰ ਹੁਣ ਸਮਾਂ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਗੱਲ ਲਾ ਕੇ ਕਹਿੰਦੇ ਕੋਈ ਗੱਲ ਨਹੀਂ, ਕੋਈ ਸਮਾਂ ਨਹੀਂ ਹੋਇਆ, ਜਦੋਂ ਜਾਗੋ ਉਦੋਂ ਹੀ ਸਵੇਰ ਆ। ਹੁਣ ਕਿਹੜਾ ਜੀ ਆਇਆ ਨਹੀਂ, ਆਓ ਇਸ ਘਰ 'ਚ ਅੱਜ ਵੀ ਜੀ ਆਇਆ ਆ। ਪਰ ਕਹਿੰਦੇ ਹੁਣ ਤੇ ਬੜਿਆਂ ਨੂੰ ਉਸ ਰਾਹ ਤੇ ਤੋਰ ਦਿੱਤਾ ਜਿਸ ਰਾਹ ਤੇ ਤੁਰਨਾ ਨਹੀਂ ਸੀ ਚਾਹੀਦਾ, ਬੜੇ ਉਦਾਸੀ ਡੇਰੇ ਬਣਾ ਤੇ। ਕਹਿੰਦੇ ਕੋਈ ਗੱਲ ਨਹੀਂ, ਜਦੋਂ ਹੁਣ ਅਸੀਂ ਤੇ ਆਪਣੇ ਘਰ ਪੜ੍ਹਦੇ ਆ ਕਿ ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋਢੜਾ, ਅੱਗੇ ਵਧੋ, ਇਹਦੇ 'ਚ ਕਿਹੜੀ ਗੱਲ ਆ? ਪਰ ਕਹਿਣ ਲੱਗੇ ਜੇ ਕਿਤੇ ਉਸ ਤਰ੍ਹਾਂ ਦਾ ਜੀਵਨ ਜੀਆ ਹੁੰਦਾ ਜਿਵੇਂ ਪਿਤਾ ਜੀ ਗੁਰੂ ਦੱਸਦੇ ਸੀਗੇ, ਗ੍ਰਸਤੀ ਹੁੰਦਾ, ਬੱਚੇ ਹੁੰਦੇ, ਉਹਨਾਂ ਨੂੰ ਅੱਜ ਇਸ ਪਾਸੇ ਲਾਉਂਦਾ ਪਿਆ, ਮੈਂ ਕੁਝ ਚੀਜ਼ਾਂ ਜਿਹੜੀਆਂ ਨੇ ਗਲਤ ਤਰੀਕੇ ਨਾਲ ਫਿੱਟ ਕਰਤੀਆਂ, ਉਹਨਾਂ ਨੂੰ ਠੀਕ ਕਰਤਾ ਜਾਏ। ਕਹਿਣ ਲੱਗੇ ਕੋਈ ਗੱਲ ਨਹੀਂ, ਗੁਰੂ ਨਾਨਕ ਦੀ ਇਹੀ ਤੇ ਉਸ ਘਰ ਦੀ ਹੀ ਤੇ ਵਡਿਆਈ ਹੈ। ਤੁਸੀਂ ਅੱਜ ਚੱਲਣਾ ਚਾਹੁੰਦੇ ਹੋ, ਅੱਜ ਹੀ ਸੋਰਸ ਅਵੇਲੇਬਲ ਨੇ। ਆਪਣੀ ਔਲਾਦ ਬਾਬਾ ਗੁਰਦਿੱਤਾ ਜੀ ਦੇ ਰੂਪ ਵਿੱਚ ਕਿਹਾ, ਆ ਫੜੋ, ਆ ਵੀ ਬੱਚਾ ਤੁਹਾਡਾ ਹੀ ਹੈ, ਉਸੇ ਰਾਹ ਤੇ ਤੁਰਦੇ। ਜਿਹੜਾ ਕਹਿੰਦੇ ਹੋ ਜਿਹੜੇ ਡੇਰੇ ਉਦਾਸੀ ਉਸ ਪਾਸੇ ਤੋਰ ਲੈ, ਵਾਪਸ ਪਰਤਾਣਾ, ਇਹ ਪਰਤਾਉਣਗੇ ਨਾਲ ਬਿਲਕੁਲ। ਫਿਰ ਉਹਨਾਂ ਦਾ ਜਿਹੜਾ ਹੈਗਾ ਅੱਗੋਂ ਪੂਰਾ ਦਾ ਪੂਰਾ ਉਦਾਸੀ ਜਿਹੜੇ ਸਾਰੇ ਡੇਰੇ, ਸਾਰਾ ਉਹਨਾਂ ਦਾ ਜਿਹੜੇ ਉਹ ਲਗਾਉਂਦੇ ਸੀ ਉਸ ਤਰੀਕੇ ਦੇ ਨਾਲ ਸਭ ਬਦਲਣੀ ਸ਼ੁਰੂ ਹੋ ਗਈ ਚੀਜ਼। ਸੋ ਇਹ ਹੈ ਕਿ ਓਪਨ ਮਾਈਂਡਡ ਹੋ ਕੇ, ਅੱਜ ਇਹਦੀ ਗੱਲ ਇਸ ਲੈਂਗੁਏਜ 'ਚ ਇਸ ਤਰ੍ਹਾਂ ਕੀਤੀ ਜਾਂਦੀ। ਇੱਥੇ ਜਿਹੜੀ ਮਹਾਰਾਜ ਨੇ ਬਾਤ ਕੀਤੀ ਹੈ, ਜਦੋਂ ਸ਼ਬਦ ਸੱਚ ਦਾ ਚੰਗਾ ਲੱਗ ਜਾਏ ਤੇ ਸੱਚ ਦੇ ਸ਼ਬਦ ਚੰਗੇ ਲੱਗਣ ਤੋਂ ਬਾਅਦ ਬਾਤ ਇਹੀ ਹੈ ਓਪਨ ਮਾਈਂਡਡ ਹੋ ਜਾਣਾ, ਸੱਚ ਨੂੰ ਖੁੱਲੇ ਮਨ ਨਾਲ ਸੁਣਨਾ। ਤੇ ਇਹਦੇ ਲਈ ਤਿਆਰੀ ਚਾਹੀਦੀ ਹੈ। ਜਿੰਨਾ ਸੱਚ ਪੜ੍ਹੋਗੇ, ਬਾਣੀ ਪੜ੍ਹੋਗੇ, ਜਿਹੜਾ ਬੰਦਾ ਬਾਣੀ ਪੜ੍ਹਨ ਵਾਲਾ ਹੈ, ਜਿਹੜਾ ਗੁਰਬਾਣੀ 'ਚ ਪੜ੍ਹਦਾ, ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਉਹਦੀ ਕੋਈ ਬਖੀਲਗੀ ਵੀ ਕਰੇ, ਉਹਨੂੰ ਕੋਈ ਮਾੜਾ ਵੀ ਕਹੇ, ਉਹ ਕ੍ਰਿਟਿਸਿਜ਼ਮ ਨੂੰ ਵੀ ਜੀ ਆਇਆਂ ਦੇ ਰੂਪ ਵਿੱਚ ਲੈਂਦਾ ਆ। ਉਹ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਹੋਇਆ, ਦੋ ਲਫ਼ਜ਼ ਹੀ ਮਾੜੇ ਕਹੇ ਨਾ, ਇਹ 'ਚ ਕੀ ਫਰਕ ਪੈਂਦਾ ਹੈਗਾ। ਪਰ ਇਹਦੇ 'ਚ ਕਿਤੇ ਐਸਾ ਤਾਂ ਨਹੀਂ ਕੋਈ ਮੇਰੇ 'ਚੋਂ ਕੁਝ ਰਿਫਲੈਕਟ ਕਰ ਰਹੀ ਹੈ, ਸੁਧਾਰ ਹੋਏਗਾ ਇਹਦੇ ਨਾਲ। ਫਿਰ ਆਲੇ ਦੁਆਲੇ ਦੇ ਮਨ ਨਾਲ ਸਾਂਝ ਵੀ ਐਸੀ ਹੈ, ਦੂਜੇ ਨੂੰ ਵੀ ਸੱਚ ਕਹਿ ਸਕਣਾ। ਬੋਲੀ ਹੈ ਸੱਚ, ਧਰਮ, ਝੂਠ ਨਾ ਬੋਲੀ ਹੈ। ਅਸੀਂ ਮੂਰਖ ਬਣੀ ਜਾਂਦੇ ਹਾਂ, ਮੂਰਖ ਦਾ ਮਤਲਬ ਇਹ ਹੁੰਦਾ ਮੂਰਖ, ਸੱਚ ਦਿਸ ਵੀ ਰਿਹਾ ਨਹੀਂ ਬੋਲਣਾ, ਇਸ ਕਰਕੇ ਦੂਜੇ ਦਾ ਸੁਧਾਰ। ਸਾਡੀ ਫਿਰ ਸਾਂਝ ਕਾਹਦੀ ਹੈ ਜੇ ਅਸੀਂ ਕਿਸੇ ਨੂੰ ਸ਼ੀਸ਼ਾ ਹੀ ਨਹੀਂ ਵਿਖਾ ਸਕਦੇ? ਤੇ ਬੰਦਾ ਆਪਣੇ ਘਰ ਦੇ ਵਿੱਚ ਕਿਉਂ ਝਗੜ ਪੈਂਦਾ, ਕਿਉਂ ਲੜ ਪੈਂਦਾ? ਤੇ ਇਹ ਮਾੜੀ ਗੱਲ ਨਹੀਂ ਕਿਸੇ ਨੂੰ ਇਸ ਰੂਪ 'ਚ ਸੁਧਾਰਨ ਵਾਸਤੇ ਲਫ਼ਜ਼ ਕਹਿਣਾ, ਲਫ਼ਜ਼ਾਂ ਦੀ ਚੋਣ ਠੀਕ ਹੋਣੀ ਚਾਹੀਦੀ ਹੈ, ਤਰੀਕਾ ਠੀਕ ਹੈ। ਮੈਂ ਕਿਹਾ ਲਫ਼ਜ਼ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਨ ਦੇ, ਦੂਜੇ ਦੀ ਗੱਲ ਨੂੰ ਸਮਝ ਸਕਣ ਦੇ। ਇੱਥੇ ਗੁਰੂ ਬਾਬਾ ਜੀ ਕਹਿੰਦੇ ਹੁਣ ਸਾਂਝ ਬਣ ਗਈ, ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਤੁਸੀਂ ਤਾਂ ਸੱਚ ਦੇ ਸ਼ਬਦਾਂ ਨੇ ਠਾਕੁਰ ਵਿਖਾ ਦਿੱਤਾ। ਠਾਕੁਰ ਹੈ ਜਿਹਦੀ ਠਾਕ, ਜਿਹਦਾ ਹੁਕਮ ਚਾਰ ਚਪੇਰੇ ਚੱਲਦਾ ਹੈ। ਤੇ ਰਹੰਸੀ ਦਾ ਮਤਲਬ ਇਹ ਹੈ ਇੰਤਹਾ ਦੀ ਖੁਸ਼ੀ। ਆਪ ਕਦੀ ਅਹਿਸਾਸੋਗੇ ਜਿੱਥੇ ਸੁਪਰਵਿਜ਼ਨ ਹੋਵੇ ਨਾ ਕਿਸੇ ਚੀਜ਼ ਦੀ, ਤੇ ਲਗਾਤਾਰ ਕੋਈ ਸੁਪਰਵਾਈਜ਼ਰ ਤੁਹਾਡੇ ਸਿਰ ਦੇ ਉੱਤੇ ਖੜਾ ਹੋਏ, ਬੰਦੇ ਦੀ ਵਰਕ ਪਰਫਾਰਮੈਂਸ ਘਟ ਜਾਂਦੀ ਹੈ, ਕਿਉਂਕਿ ਉਹ ਤੋਂ ਡਰ ਲੱਗਦਾ ਆ। ਆਪ ਕਦੀ ਇਸ ਲੈਵਲ ਤੇ ਦੇਖਿਆ ਹੋਏਗਾ ਘਰਾਂ ਥਾਵਾਂ ਦੇ ਵਿੱਚ ਵੀ, ਖਾਸ ਕਰਕੇ ਯੰਗ ਏਜ 'ਚ ਬੱਚੇ ਸੋਚਦੇ ਨੇ ਘਰੋਂ ਦੂਰ ਭੱਜ ਜਾਈਏ, ਮਾਂ ਬਾਪ ਦੀ ਸੁਪਰਵਿਜ਼ਨ ਨਾ ਹੋਏ, ਘਰਦਿਆਂ ਦਾ ਟੋਕ ਟਕਈਆ ਨਾ ਹੋਏ, ਦੂਰ ਹੈ। ਪਰ ਐਕਚੁਅਲ ਲੈਵਲ ਤੇ ਉਹਦੇ ਦੋ ਚੀਜ਼ਾਂ ਨੇ। ਇੱਕ ਤੇ ਇਹ ਹੈ ਕਿ ਕਈ ਵਾਰ ਸੁਪਰਵਿਜ਼ਨ ਸਾਨੂੰ ਕਰਨੀ ਨਹੀਂ ਆਉਂਦੀ, ਵੀ ਡੂ ਓਵਰ ਪੇਰੈਂਟਿੰਗ, ਇਹ ਪ੍ਰੋਬਲਮ ਕ੍ਰੀਏਟ ਕਰਦੀ ਹੈ। ਦੂਸਰਾ ਇਹ ਹੈ ਜਿਹੜੇ ਉਹ ਭੱਜਣਾ ਚਾਹ ਰਹੇ ਨੇ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਕਿ ਕਿੰਨੀ ਇੰਪੋਰਟੈਂਟ ਚੀਜ਼ ਆ, ਕਿੰਨੀ ਜ਼ਰੂਰੀ ਚੀਜ਼ ਆ। ਸਮਾਂ ਨਹੀਂ, ਅਦਰਵਾਈਜ਼ ਕੈਨ ਗਿਵ ਯੂ ਸੋ ਮੈਨੀ ਐਗਜ਼ਾਮਪਲਸ ਇਨ ਦੈਟ ਸਾਈਡ। ਸਾਡੇ ਇੱਕ ਸੱਜਣ ਹੈਗੇ ਨੇ ਬੜੇ ਪਿਆਰੇ, ਤੇ ਉਹ ਬੱਚਾ ਯੂਨੀਵਰਸਿਟੀ ਜਾ ਰਿਹਾ, ਤੇ ਉਹਦੇ ਫਰੈਂਡਸ ਨੇ ਕੋਈ ਚੋਇਸ ਬਣਾਈ ਕਿ ਕਿਤੇ ਜਾਣਾ ਆ ਕਿਸੇ ਖਾਸ ਜਗ੍ਹਾ ਤੇ, ਉਹ ਨਾਈਟ ਟਾਈਮ, ਤੇ ਉਹ ਸਵੇਰ ਦਾ ਅੱਜ ਬੜਾ ਰੈਸਟਲੈਸ ਆ, ਉਹਨੂੰ ਲੱਗ ਰਿਹਾ ਵੀ ਸਮਥਿੰਗ ਇਜ਼ ਨੋਟ ਰਾਈਟ, ਸਮਥਿੰਗ ਇਜ਼ ਨੋਟ ਰਾਈਟ। ਫਾਦਰ ਬੜੇ ਐਜੂਕੇਟਡ ਬੰਦੇ ਹੈਗੇ ਨੇ, ਉਹਨਾਂ ਆਈਡੀਆ ਲਾ ਲਿਆ, ਉਹਨਾਂ ਕੋਲ ਬੁਲਾਇਆ, ਬੁਲਾ ਕੇ ਕਹਿੰਦੇ ਬੇਟਾ I think you are little bit uncomfortable and don't worry,
ਤੈਨੂੰ ਜੇ ਤੂੰ ਕੋਈ ਗੱਲ ਕਰਨੀ ਤੂੰ ਓਪਨਲੀ ਕਰ ਸਕਦਾ, ਮੇਰੇ ਨਾਲ ਨਹੀਂ ਮੰਮੀ ਨਾਲ ਕਰ ਲੈ ਜਾਂ ਕਿਸੇ ਫਰੈਂਡ ਨਾਲ, ਪਰ ਐਵੇਂ ਰੈਸਟਲੈਸ ਜਾਂ ਨਾ ਹੋ, ਮੈਨੂੰ ਲੱਗਦਾ ਕੁਛ ਮਨ ਵਿੱਚ ਚੱਲ ਰਿਹਾ ਤੇਰੇ। ਉਦੋਂ ਤੇ ਉਹ ਕਹਿ ਕੇ ਨੋ 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 ਯੂ ਆਰ ਜਸਟ ਐਕਚੁਅਲੀ ਅਸਿਊਮਿੰਗ ਇਟ, ਯੂ ਆਰ ਵਿਦਾਊਟ ਐਨੀ ਰੀਜ਼ਨ ਯੂ ਆਰ ਓਵਰਬਰਿੰਗ ਯੂਰ ਸੈਲਫ, ਇਸ ਕਿਸਮ ਦੀ ਗੱਲ ਕਰਕੇ ਚਲਾ ਗਿਆ। ਮੁੜ ਕੇ ਕਹਿੰਦਾ ਡੈਡ ਆਈ ਹੈਵ ਅ ਕੁਐਸਚਨ। ਦੱਸੋ ਜੀ। ਦੱਸਦਾ ਕਿ ਉਹ ਫਲਾਂ ਫਲਾਂ ਜਗ੍ਹਾ 'ਤੇ ਮੈਨੂੰ ਮੇਰੇ ਦੋਸਤਾਂ ਨੇ ਇਨਵੀਟੇਸ਼ਨ ਦਿੱਤਾ ਹੈ, ਐਂਡ ਯੂ ਨੋ ਆਈ ਐਮ ਨੋਟ ਆਸਕਿੰਗ ਯੂ, ਐਕਚੁਅਲੀ ਆਈ ਐਮ ਗੋਇੰਗ ਦੇਅਰ। ਤੇ ਉਹ ਕਹਿੰਦੇ ਠੀਕ ਹੈ ਬੇਟਾ, ਇਫ ਯੂ ਆਰ ਗੋਇੰਗ ਦੇਅਰ ਦੈਨ ਵਾਈ ਆਰ ਯੂ ਟੈਲਿੰਗ ਮੀ, ਇਟਸ ਓਕੇ ਇਫ ਯੂ ਹੈਵ ਮੇਡ ਡਿਸੀਜਨ। ਕਹਿੰਦੇ ਨੋ ਨੋ ਆਈ ਵਾਂਟ ਟੂ ਟੈਲ ਯੂ let you know that it's going to happen. ਕਹਿੰਦਾ it's your choice beta, what's your actually reaction on it beta? I don't have any reaction, that's your life, you are making a decision, if you are aware about it then go it. ਉਹ ਥੋੜੀ ਦੇਰ ਬਾਅਦ ਫਿਰ ਸੋਚ ਕੇ ਕਹਿੰਦਾ no, if really I'm not telling you, if I'm asking you, then what would be your response? ਕਹਿੰਦਾ beta why would I answer you anything? You are actually old enough, ਤੇਰੇ ਕੋਲ ਵੋਟ ਦਾ ਰਾਈਟ ਹੈ, ਡਰਾਈਵਿੰਗ ਦਾ ਰਾਈਟ ਹੈ, ਸਾਰਾ ਰਾਈਟ ਹੈ ਤੇਰੇ ਕੋਲ, ਟੈਕਸ ਭਰਦਾ ਆਪਣਾ। ਮੈਂ ਤੇ ਤੂੰ ਤੇ ਪੂਰਾ ਕੰਪਲੀਟ ਸਿਟੀਜ਼ਨ ਆ, ਤੂੰ ਸਾਰੇ ਰੋਲ ਹੁਣ ਇੰਪਾਵਰਮੈਂਟ ਦੇ ਰਿਹਾ ਫਾਦਰ ਉਹਨੂੰ। ਨਾਲ ਹੀ ਮੈਨੂੰ ਕਾਲ ਕੀਤੀ, ਕਹਿਣ ਲੱਗਿਆ ਆਹ ਚੀਜ਼ ਹੋ ਰਹੀ ਹੈ, ਮੈਨੂੰ ਨਹੀਂ ਪਤਾ ਲੱਗਦਾ। ਮੈਂ ਕਿਵੇਂ ਹੈਂਡਲ ਕੀਤਾ? ਕਹਿੰਦੇ ਮੈਂ ਕਿਹਾ ਵੈਲ ਡਨ, ਬਹੁਤ ਅੱਛਾ। ਤੇ ਜੇ ਕਿਤੇ ਹੁਣ ਆਏਗਾ ਤੇ ਕਹਿੰਦੇ ਹੁਣ ਆਏਗਾ ਦੁਬਾਰਾ ਸ਼ਾਇਦ ਨਾ ਪੁੱਛਣ ਲਈ ਆਇਆ ਕਿ 2 ਵਾਰੀ ਪੁੱਛ ਚੁੱਕਾ ਮੈਨੂੰ। ਤੇ ਮੈਂ ਕਿਹਾ ਜੀ ਹੁਣ ਆਏਗਾ ਤੇ ਫਿਰ ਕਹਿੰਦੇ ਪਤਾ ਨਹੀਂ ਕੁਛ। ਤੇ ਮੈਂ ਕਿਹਾ ਕੋਈ ਨਾ, ਤੁਸੀਂ ਸਿਆਣੇ ਹੈਂਡਲ ਕਰ ਲੈਣਾ, ਕੋਈ ਗੱਲ ਨਹੀਂ। ਉਹ ਮੁੜ ਕੇ ਕਿਤੇ ਫਿਰ ਆਇਆ, ਫਿਰ ਆ ਕੇ ਪੁੱਛਦਾ, ਤੇ ਫਿਰ ਉਹ ਪੁੱਛਦਾ ਕਿ ਐਕਚੁਅਲੀ ਤੂੰ ਕਹਿੰਦਾ ਕਿ ਬੇਟਾ ਮੈਂ ਤੈਨੂੰ ਇੰਨਾ ਦੱਸ ਸਕਦਾ ਵੀ ਇਫ ਆਈ ਐਮ ਐਟ ਯੂਰ ਪਲੇਸ ਦੈਨ ਡੈਫੀਨੇਟਲੀ ਆਈ ਵਿਲ ਨੋਟ ਗੋ। ਉਹਨਾਂ ਕੋਲ ਆਪਣੇ ਰੀਜ਼ਨ ਗਿਣਾ ਦਿੱਤੇ। ਉਹ ਕਹਿੰਦਾ ਫਿਰ ਓਕੇ ਦੈਨ ਆਈ ਵਿਲ ਨੋਟ ਗੋ। ਹੁਣ ਆਹ ਜਿਹੜੀ ਚੀਜ਼ ਆ ਸੁਪਰਵਿਜ਼ਨ ਹੈ ਤੁਹਾਡੇ ਕੋਲ, ਸੈਕਿੰਡ ਥਾਟ ਵਾਸਤੇ ਚੋਇਸ ਹੈਗੀ ਹੈ। ਇੱਥੇ ਜਿਹੜੀ ਗੁਰੂ ਬਾਬਾ ਜੀ ਨੇ ਬਾਤ ਕੀਤੀ ਨਾ, ਠਾਕੁਰ ਦੇਖ ਰਹੱਸੀ ਰਾਮ। ਲੋਕੀ ਧਰਮ ਤੋਂ, ਰੱਬ ਤੋਂ, ਲੋਕ ਨੋ ਸਕ੍ਰਿਪਚਰਸ ਆਰ they are bad, don't read them, don't go in religious places, these things actually they are not giving anything good to you. ਕਿਉਂ? ਕਿਉਂਕਿ ਉੱਥੇ ਅਕਾਊਂਟੇਬਿਲਿਟੀ ਸਿਖਾਈ ਜਾਂਦੀ ਹੈ, ਉੱਥੇ ਬੰਦੇ ਨੂੰ ਮੋਰਲ ਵੈਲਿਊ ਸਿਖਾਈਆਂ ਜਾਂਦੀਆਂ ਨੇ, ਮੋਰਲ ਕੈਪ ਲਾਈ ਜਾਂਦੀ ਹਰ ਚੀਜ਼ ਦੇ ਉੱਤੇ। ਤੇ ਇੱਥੋਂ ਤੰਗ ਹੁੰਦਾ, ਅੰਦਰ ਜ਼ਮੀਰ ਤੰਗ ਹੁੰਦਾ ਵੀ ਉਹ ਮੇਰੀ ਡਿਊਟੀ ਆਪਣੇ ਆਪ ਨੂੰ ਵਕਾਰਾਂ ਤੋਂ ਬਚਾਉਣਾ ਸਭ ਕੁਝ। ਪਰ ਐਂਡ ਆਫ ਦਾ ਡੇ ਠਾਕੁਰ ਦੇਖ ਰਹੱਸੀ ਰਾਮ, ਜਿਹਨੂੰ ਇਹਦੀ ਚੀਜ਼ ਸਹੀ ਰੂਪ ਵਿੱਚ ਸਮਝ ਆ ਗਈ ਨਾ, ਉਸ ਰਸ ਚੋਂ ਖੇੜੇ 'ਚ ਚਲੇ ਗਏ, ਉਸ ਰੂਪ 'ਚ ਉਹ ਰੂ ਉਹਦੀ ਬਾਤ ਹੋ ਰਹੀ। ਅੱਗੇ ਬਚਨ ਕੰਟੀਨਿਊ ਹੈ, ਜਿਹਦੀ ਵਿਚਾਰ ਹੁੰਦੇ ਸਮਝ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਨੀਆਂ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ